ਨਸ਼ਿਆਂ ਵਿਰੁੱਧ ਜਦੋਂ ਮੁਹਿੰਮ ਦੀ ਆਪਾਂ ਗੱਲ ਕਰਦੇ ਹਾਂ, ਵਿਰੋਧੀ ਧਿਰਾਂ ਦਾ ਇੱਕ ਆਪਣਾ ਨਜ਼ਰੀਆ ਹੈ। ਪੰਜਾਬ ਦੇ ਲੋਕ ਵੀ ਉੱਠੇ ਹੈ ਇੱਕ ਲਹਿਰ ਦੇ ਤੌਰ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੀ ਇਸ ਮਾਮਲੇ 'ਚ ਕੋਈ ਕਸਰ ਨਹੀਂ ਛੱਡਾਂਗੇ, ਬਦਲੇਗਾ ਪੰਜਾਬ। ਕਿਵੇਂ ਦੇਖਦੇ ਹੋ ਸਥਿਤੀ ਨੂੰ ਪਰਮਵੀਰ ਜੀ? ਪੰਜਾਬ ਦੇ ਵਿੱਚ ਇੱਕ ਇਗਨੋਰ ਨਾ ਕੀਤੇ ਜਾਣ ਵਾਲਾ ਨਸ਼ਾ ਇੱਕ ਮੁੱਦਾ ਹੈ। ਰਾਜਨੀਤੀ ਦਾ ਵੀ ਬਹੁਤ ਵੱਡਾ ਹਿੱਸਾ ਬਣ ਚੁੱਕਿਆ ਹੈ, ਜਿਹੜਾ ਕੁਝ ਸਾਲ ਪਹਿਲਾਂ ਤੱਕ ਸ਼ਾਇਦ ਕੋਈ ਵੱਡੀ ਗੱਲ ਨਹੀਂ ਸੀ, ਪਰ ਅੱਜ ਆ ਇੱਕ ਤੁਸੀਂ ਕਹਿ ਲਓ ਵੀ ਆਹਵਾਨ ਬਣ ਕੇ ਪੰਜਾਬ ਦੀ ਜਵਾਨੀ ਦੇ ਉੱਤੇ ਜਿਹੜੀ ਇਹਨੇ ਪਕੜ ਕੀਤੀ ਹੋਈ ਹੈ। ਗੱਲ ਮੰਨਣੀ ਪਊ। ਸਭ ਤੋਂ ਪਹਿਲਾਂ ਪ੍ਰੋਬਲਮ ਨੂੰ ਮੰਨਣਾ ਪੈਂਦਾ, ਬਿਮਾਰੀ ਨੂੰ ਮੰਨਣਾ ਪੈਂਦਾ, ਤਾਂ ਹੀ ਉਹਦਾ ਹੱਲ ਕੱਢ ਸਕਦੇ। ਸ਼ਾਇਦ ਬੇਰੁਜ਼ਗਾਰੀ ਕਰਕੇ ਜਿਹੜੀ ਪਿਛਲੇ ਵਕਤ 'ਚ ਰਹੀ, ਸ਼ਾਇਦ ਜਿਹੜਾ ਪੰਜਾਬ ਦਾ ਸਟੀਅਰਿੰਗ ਗਲਤ ਹੱਥ ਕੇ ਜਿਹੜਾ ਪਿਛਲੇ ਸਮੇਂ 'ਚ ਰਿਹਾ, ਸ਼ਾਇਦ ਹੋਰ ਜਿਹੜਾ ਮੂੰਹ ਮਹਾਂਦਰਾ ਪੰਜਾਬ ਦਾ ਬਿਹਤਰ ਹੋਣਾ ਚਾਹੀਦਾ ਸੀ। ਕਈ ਤਰੀਕਿਆਂ ਨਾਲ ਕਈ ਨੀਤੀਆਂ ਆਈਆਂ ਜਿਨ੍ਹਾਂ ਦੇ ਹੱਥ ਦੇ ਵਿੱਚ ਬਾਗਡੋਰ ਸੀ ਪੰਜਾਬ ਦੇ ਸਰਕਾਰ ਚਲਾਉਣ ਦੀ, ਕਿਤੇ ਨਾ ਕਿਤੇ ਗਲਤੀ ਰਹੀ ਹੈ। ਇਸ ਕਰਕੇ ਪੰਜਾਬ ਇਸ ਕਗਾਰ ਤੇ ਆ ਕੇ ਖੜਾ ਹੋ ਗਿਆ। ਇਹ ਤਾਂ ਨਹੀਂ ਕਿ ਇੱਕ ਦਿਨ 'ਚ ਹੀ ਖੜਾ ਹੋ ਗਿਆ, ਇੱਕ ਮਹੀਨੇ 'ਚ, ਇੱਕ ਸਾਲ 'ਚ ਹੀ ਖੜਾ ਹੋਇਆ। ਇਸ ਗੱਲ ਨੂੰ ਵਕਤ ਲੱਗਿਆ, ਬੜਾ ਗ੍ਰੈਜੂਅਲ ਪ੍ਰੋਸੈਸ ਸੀ। ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਮਿਟਡ ਹੈ, ਉਹਨਾਂ ਦਾ ਹਰ ਆਗੂ ਕਮਿਟਡ ਹੈ, ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਕਿ ਪੰਜਾਬ ਦੇ ਵਿੱਚੋਂ ਜਿਸ ਐਂਥੂਜ਼ੀਆਜ਼ਮ ਨਾਲ, ਜਿਸ ਹਿੰਮਤ ਨਾਲ ਉਹ ਲੱਗੇ ਹੋਏ ਨੇ, ਰੈਗੂਲਰ ਮੀਟਿੰਗਸ ਅਧਿਕਾਰੀਆਂ ਨਾਲ ਕਰ ਰਹੇ ਨੇ, ਤੇ ਉਹਦਾ ਜਿਹੜਾ ਔਨ ਗਰਾਊਂਡ ਜਿਹੜਾ ਰਿਜ਼ਲਟ ਆ ਕਿਤੇ ਨਾ ਕਿਤੇ ਦਿਖ ਰਿਹਾ। ਮੈਂ ਨਹੀਂ ਕਹਿੰਦਾ ਇਸ ਤੋਂ ਪਾਰ ਪਾ ਚੁੱਕੇ ਹਾਂ, ਹਜੇ ਬਹੁਤ ਕੁਝ ਕਰਨਾ ਪੈਂਡਿੰਗ ਹੈ। ਮੈਂ ਤਾਂ ਹਜੇ ਮੰਨੂਗਾ ਵੀ ਬਹੁਤ ਘੱਟ ਇੱਥੇ ਕੁਝ ਹੋ ਸਕਿਆ। ਜਿੱਡੀ ਵੱਡੀ ਇਹ ਸਮੱਸਿਆ, ਯੈਸ, ਇਹਦੇ ਉੱਤੇ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਸਰਕਾਰ ਵੱਲੋਂ, ਉਹ ਐਗਜ਼ੀਕਿਊਟ ਕੀਤਾ ਜਾਣਾ ਬਾਕੀ ਹੈ। ਜਿਹੜਾ ਹੁਣ ਸਰਕਾਰਾਂ ਤੋਂ ਝਾਕ ਛੱਡ ਕੇ, ਚਾਹੇ ਪਿਛਲੀਆਂ ਸੀ ਚਾਹੇ ਹੁਣ ਵਾਲੀ ਆ, ਹੁਣ ਜਿਹੜੇ ਨੌਜਵਾਨਾਂ ਨੂੰ ਨੌਜਵਾਨ ਹੀ ਬਚਾਉਣ ਵਾਸਤੇ ਲੱਗੇ ਹੋਏ ਨੇ। ਜੇ ਤੁਸੀਂ ਗਰਾਊਂਡ ਲੈਵਲ ਤੇ ਦੇਖੋ ਤਾਂ ਬਹੁਤ ਸਾਰੇ ਭਾਈ ਰੂਪਾ ਮੇਰਾ ਬਹੁਤ ਵੱਡਾ ਪੰਜਾਬ ਦਾ, ਅਸੀਂ ਖੁਦ ਵੀ ਸਾਰੇ ਪਿੰਡ ਦੇ ਵਿੱਚ ਕਲੈਕਸ਼ਨ ਕਰਕੇ ਪਿੰਡਾਂ ਦੇ ਤਾਂ ਵੱਡੇ ਤਾਂ ਕੈਮਰੇ ਆ ਜਿਹੜੇ ਉਹ ਲੱਗ ਰਹੇ ਆ। ਅਸੀਂ ਦਿਨ ਰਾਤ ਦੇ ਪਹਿਰੇ ਵੀ ਜਿਹੜੇ ਹੈਗੇ ਆ ਉਹ ਲਾ ਰਹੇ ਆ ਪਿੰਡਾਂ ਦੇ ਵਿੱਚ, ਪਰ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਨੌਜਵਾਨ ਪਹਿਰੇ ਲਾ ਰਹੇ ਨੇ ਉਹਨਾਂ ਦੀ ਹਾਲਤ ਤੁਸੀਂ ਜਾਣੂ ਆ, ਸਾਰਾ ਪੰਜਾਬ ਜਾਣੂ ਆ ਕਿ ਪਹਿਰੇ ਤੇ ਖੜਿਆਂ ਤੇ ਨੌਜਵਾਨਾਂ ਤੇ ਜਿਹੜੇ ਹੈਗੇ ਆ ਹਮਲੇ ਹੋ ਰਹੇ ਨੇ। ਫਿਰ ਸਾਡੀ ਜਿਹੜੀ ਰਾਖੀ ਆ ਸਾਨੂੰ ਆਪ ਨੂੰ ਹੀ ਸਿੱਧੂ ਸਾਹਿਬ ਕਰਨੀ ਪੈਣੀ ਆ ਜੀ। ਬਹੁਤ ਜ਼ਿਆਦਾ ਮਾੜਾ ਹਾਲ ਆ, ਲੋਕ ਉੱਠੇ ਆ, ਹੁਣ ਲਹਿਰ ਬਣੀ ਆ ਇੱਕ ਸੂਬੇ। ਇੱਧਰ ਬਠਿੰਡੇ ਜ਼ਿਲ੍ਹੇ ਦੇ ਵਿੱਚ, ਮਾਲਵੇ ਦੇ ਵਿੱਚ ਅਸੀਂ ਤਕਰੀਬਨ ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਕਮੇਟੀਆਂ ਬਣਾ ਦਿੱਤੀਆਂ, ਜਿਹੜੀਆਂ ਦਿਨ ਰਾਤ ਲੱਗੀਆਂ ਹੋਈਆਂ। ਆਪਣੇ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਹਾਂ ਕਿ ਤੁਹਾਨੂੰ ਝੂਠ ਬੋਲਿਆ ਸੀ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ। ਆਮ ਆਦਮੀ ਪਾਰਟੀ ਸਰਕਾਰ ਦਾ ਵਾਅਦਾ ਸੀਗਾ। ਨਸ਼ਾ ਤਾਂ ਖਤਮ ਹੋਇਆ ਨਹੀਂ ਸਿੱਧੂ ਸਾਹਿਬ, ਵੱਧ ਜ਼ਰੂਰ ਗਿਆ। NCRB ਦੀ ਰਿਪੋਰਟ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਹਿੰਦੀ ਹੈ NDPS ਮਤਲਬ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ। CM ਸਾਹਿਬ ਕਹਿਣਗੇ, ਸਰਕਾਰ ਆਮ ਆਦਮੀ ਪਾਰਟੀ ਦੀ ਕਹੂਗੀ ਬਾਰਡਰ ਪਾਰ ਤੋਂ ਨਸ਼ਾ ਆ ਰਿਹਾ ਹੈ। CM ਭਗਵੰਤ ਮਾਨ ਸਾਹਿਬ ਬਾਰਡਰ ਸਟੇਟ ਦੇ ਵਿੱਚ ਜੋ ਇੱਕ ਸੈਂਸਿਟਿਵ ਸਟੇਟ ਹੈ, ਬਾਰਡਰ ਜ਼ਿਲ੍ਹਿਆਂ 'ਚ ਜਾ ਕੇ ਰਾਜੀ ਕਿਉਂ ਨਹੀਂ ਹੈ? ਕਿੰਨੀ ਵਾਰੀ CM ਭਗਵੰਤ ਮਾਨ ਸਾਹਿਬ ਬਾਰਡਰ ਜ਼ਿਲ੍ਹਿਆਂ 'ਚ ਜਾ ਕੇ ਆਏ? ਆਮ ਆਦਮੀ ਪਾਰਟੀ ਦੇ ਬੁਲਾਰੇ ਪਰਮਵੀਰ ਜੀ ਦੱਸਣ ਇੱਥੇ। ਅੱਜ ਸਾਡੇ ਹੱਥ ਕਮਾਨ ਹੈ, ਅਸੀਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਾਂ ਤੇ ਜ਼ਿੰਮੇਵਾਰੀਆਂ ਨਿਭਾਵਾਂਗੇ। ਜੋ ਇਹਨਾਂ ਨੇ ਗੱਲਾਂ ਕਹੀਆਂ ਕਿ ਬਹੁਤ ਜ਼ਿਆਦਾ ਕ੍ਰਾਈਮ NCRB ਦੀ ਰਿਪੋਰਟ ਹੈ ਕਿ NDPS ਰਿਲੇਟਡ ਹੋ ਰਿਹਾ, ਉਹ ਤਾਂ ਹੀ ਅੰਕੜੇ ਤੁਹਾਡੇ ਕੋਲ ਆ ਰਹੇ ਨੇ ਕਿ ਸਰਕਾਰ ਸੁੱਤੀ ਨਹੀਂ ਪਈ, ਸਰਕਾਰ ਜਾਗਦੀ ਹੈ, ਤਾਂ ਹੀ ਕਾਰਵਾਈਆਂ ਹੋ ਰਹੀਆਂ, ਤਾਂ ਹੀ FIRs ਹੋ ਰਹੀਆਂ। ਇੱਕ ਗੱਲ। ਦੂਜੀ ਗੱਲ ਇਹ ਕਹਿ ਰਹੇ ਸੀ ਰਿਕਵਰੀਆਂ ਦੀ, ਇਹਨਾਂ ਦੇ ਸਵਾਲਾਂ 'ਚ ਜਵਾਬ ਨਹੀਂ। ਇਹ ਕਹਿ ਰਹੇ ਸੀ ਰਿਕਵਰੀਆਂ ਬਹੁਤ ਵੱਡੀਆਂ ਹੋ ਰਹੀਆਂ, ਤਾਂ ਉਹ ਵੀ ਕੋਈ UP ਦੀ ਹਰਿਆਣੇ ਦੀ ਪੁਲਿਸ ਥੋੜੀ ਕਰ ਰਹੀ ਹੈ ਸਰ, ਉਹ ਵੀ ਪੰਜਾਬ ਦੀ ਪੁਲਿਸ ਕਰ ਰਹੀ ਹੈ, ਤਾਂ ਹੀ ਵੱਡੀਆਂ ਰਿਕਵਰੀਆਂ ਹੋ ਰਹੀਆਂ ਨੇ। ਪੰਜਾਬ ਦੀ ਪੁਲਿਸ ਪ੍ਰੋਐਕਟਿਵਲੀ ਉਹਦੇ ਤੇ ਕੰਮ ਕਰ ਰਹੀ ਹੈ। ਤੀਸਰੀ ਗੱਲ ਇਹਨਾਂ ਨੇ ਕਹੀ ਕਿ CM ਸਾਹਿਬ ਬਾਰਡਰ ਤੇ ਜ਼ਿਲ੍ਹਿਆਂ 'ਚ ਹਜੇ ਤੱਕ ਗਏ ਨਹੀਂ। ਸਰ ਪਰਸੋਂ CM ਸਾਹਿਬ ਅੰਮ੍ਰਿਤਸਰ ਸੀਗੇ, ਉਸ ਤੋਂ ਪਿਛਲੇ ਹਫ਼ਤੇ ਫਿਰੋਜ਼ਪੁਰ ਸੀ, ਤੇ ਨਿਊਮਰਸ ਗੇੜੇ ਲੱਗੇ ਹੈ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿੰਨੀ ਜਲਦੀ ਹੋ ਸਕੇ ਕਿ ਨਸ਼ਾ ਬੰਦ ਹੋ ਸਕਦਾ ਆ, ਅਸੀਂ ਇਹਨਾਂ ਦੀ ਸਿਫਤ ਵੀ ਕਰਾਂਗੇ ਤੇ ਇਹਨਾਂ ਦਾ ਧੰਨਵਾਦ ਵੀ ਕਰਾਂਗੇ।
ਪਰ ਮੋਟੀ ਜੀ ਗੱਲ ਹੈ ਕਿ 1.5 ਸਾਲ ਤੋਂ ਉੱਪਰ ਹੋ ਗਿਆ ਤੇ ਦਿਨ ਬ ਦਿਨ ਨਸ਼ਾ ਵੱਧ ਰਿਹਾ ਹੈ। ਕੋਈ ਇਸ ਗੱਲ ਦਾ ਇਨਕਾਰੀ ਨਹੀਂ ਹੋ ਸਕਦਾ। ਨਿੱਤ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ, ਜਿਨ੍ਹਾਂ ਦੇ ਉੱਤੇ ਮਾਵਾਂ ਭੈਣਾਂ ਤੇ ਘਰ ਦੀਆਂ ਜਿਹੜੀਆਂ ਨੇ ਧਾਹਾਂ ਮਾਰਦੀਆਂ ਨੇ ਤੇ ਬਾਹਾਂ 'ਚ ਸਰਿੰਜਾਂ ਲੱਗੀਆਂ ਨੇ। ਅੱਜ ਦਾ ਅਖਬਾਰਾਂ ਖਬਰਾਂ 'ਚ ਜਾਂ ਤੁਹਾਡੇ ਤੱਕ ਆਉਂਦਾ ਨਾ, ਇਹ ਬਹੁਤ ਘੱਟ ਆਉਂਦਾ ਆ। ਤੇ ਮਤਲਬ ਕਹਿ ਲਈਏ ਕਿ 10 ਦੇ ਵਿੱਚੋਂ 1 ਅੱਧਾ। ਹੁਣ ਮੇਰੀ ਬੇਨਤੀ ਇੰਨੀ ਕਾ ਕਿ ਨਸ਼ਾ ਬਹੁਤ ਵੱਡੀ ਸਮੱਸਿਆ। ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ 4 ਹਫ਼ਤੇ 'ਚ ਬੰਦ ਕਰਨ ਦਾ ਉਹ ਜਲੂਸ ਕੱਢ ਗਏ। ਕੇਜਰੀਵਾਲ ਜੀ ਨੇ ਹਿੱਕ ਥਾਪੜ ਕੇ ਨੈਸ਼ਨਲ ਚੈਨਲ ਤੇ ਕਿਹਾ कि गारंटी देता हूँ 3 महीने में बंद होगा। हाँ जी, बंद हो गया। और भगवंत मान होरां दा सीगा कि पहली कैबिनेट की मीटिंग दे विच तरसली मचा देंगे, नशा बंद करा देंगे जी। ते रोज किया जाता है, कल भी किया गया, कल परसों इत्थे जिहड़ी रैली हुई सी ਉਹਦੇ ਚ किया गया सीगा। इस तो इलावा भी जिथे जाते भगवंत मान होरे जी नशा बंद कर देंगे। और विश्वास किते करिए कि सानू ਜਿਹੜੀ ਇਲੈਕਸ਼ਨਾਂ ਦੇ ਸਮੇਂ 'ਚ ਤੁਸੀਂ 1000 ਰੁਪਇਆ ਦਾ ਵਾਅਦਾ ਕੀਤਾ ਹੈ ਕਿ ਹਰੇਕ ਔਰਤ ਨੂੰ ਦਿੱਤਾ ਜਾਏਗਾ, ਉਹ ਸਾਨੂੰ ਨਹੀਂ ਚਾਹੀਦਾ। ਉਹ ਸਾਨੂੰ ਨਹੀਂ ਚਾਹੀਦਾ, ਉਹ ਰੱਖ ਲਓ ਆਪਣੇ ਕੋਲ। ਦੂਜਾ, ਜਿਹੜੀ ਸਾਡੀ ਮੁਫਤ ਬੱਸ ਪਾਸ ਸਰਵਿਸ ਸਾਨੂੰ ਸਹੂਲਤ ਦਿੱਤੀ ਹੈ, ਉਹ ਵੀ ਵਾਪਸ ਲੈ ਲਓ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਅਸੀਂ ਦੋਨੋਂ ਸਹੂਲਤਾਂ ਨਹੀਂ ਲੈਣੀਆਂ ਜੀ, ਪਰ ਸਾਨੂੰ ਸਾਡੇ ਪੁੱਤ ਬਚਾ ਦਿਓ। ਜਿਹੜੀ ਉਹਨਾਂ ਨੇ ਦਿਖਾਈ ਦਿੱਤੀ ਹੈ, ਮੈਂ ਉਹ ਤਸਵੀਰ ਤੁਹਾਡੇ ਸਾਹਮਣੇ ਰੱਖੀ ਹੈ। ਜਿਹੜੇ ਪਹਿਰੇ ਤੇ ਲੱਗੇ ਹੋਏ ਨੇ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਔਖਾ ਹੈ। ਉਹ ਕੋਈ ਇਹ ਨਹੀਂ ਹਨ ਵੀ ਸਾਡਾ ਕੰਮ ਇਹ ਲੋਕ ਕਰ ਰਹੇ ਨੇ। ਉਹ ਤਾਂ ਇਹ ਕਹਿੰਦੇ ਨੇ ਵੀ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਹੈ ਵੀ ਨਸ਼ਾ ਵੇਚਣ ਵਾਲੇ ਨੇ ਤਲਾਸ਼ੀਆਂ ਲਓ, ਇਹ ਤਾਂ ਕੰਮ ਸਾਡਾ ਹੈ। ਉਹ ਕਹਿ ਰਹੇ ਨੇ ਵੀ ਤੁਸੀਂ ਆਪਣਾ ਇਹ ਕੰਮ ਕਰਦੇ ਨਹੀਂ ਤੇ ਸਾਨੂੰ ਅਨਸਰਦੇ ਨੂੰ ਇਹ ਕਰਨਾ ਪਿਆ ਹੈ, ਤੇ ਫਿਰ ਤੁਸੀਂ ਆ ਕੇ ਕਰੋ ਡਿਊਟੀਆਂ। ਪਹਿਲੀ ਗੱਲ ਤਾਂ ਉਹਨਾਂ ਦਾ ਇਹ ਹੁੰਦਾ ਹੈ ਪੁਲਿਸ ਦੀ ਜਿਹੜੀ ਡਿਊਟੀ ਆ ਲੋਕਾਂ ਨੂੰ ਕਰਨੀ ਪੈਂਦੀ। ਇਹਦੇ ਵਿੱਚ ਇੱਕ ਨਲਾਇਕੀ ਪਿਛਲੀਆਂ ਸਰਕਾਰਾਂ ਦੀ ਮੈਂ ਜਾਣਾ ਤਾਂ ਨਹੀਂ ਚਾਹੁੰਦਾ ਸੀ ਬਾਰ-ਬਾਰ ਪਿੱਛੇ। ਮੈਂ ਹਮੇਸ਼ਾ ਪੋਜ਼ਿਟਿਵ ਤੇ ਜਿਹੜੀ ਸੁਹਿਰਦ ਗੱਲ ਕਰਨੀ ਚਾਹੁੰਦਾ ਹੁੰਦਾ। ਮੈਂ ਕਿਸੇ ਨੂੰ ਬਾਰ-ਬਾਰ ਭੰਡਣ ਵਾਲੀ ਰਾਜਨੀਤੀ ਕਦੇ ਵੀ ਨਹੀਂ ਕਰਦਾ, ਪਰ ਮੈਨੂੰ ਫਿਰ ਗਰਕਣ ਇਹੋ ਜਿਹੀ ਪੰਜਾਬ ਨੂੰ ਧੱਕਿਆ ਗਿਆ ਕਿ ਫਿਰ ਪਿੱਛੇ ਜਾਣਾ ਪੈਣਾ ਇਸ ਗੱਲ ਨੂੰ ਦੱਸਣ ਦੇ ਲਈ ਕਿ ਪੰਜਾਬ ਦੇ ਵਿੱਚ ਅਸਲ 'ਚ ਕੰਟਰੋਲ ਕੌਣ ਕਰੂਗਾ? ਪੁਲਿਸ ਕਰੂਗੀ ਨਾ ਸਰ। ਜ਼ਿੰਮੇਵਾਰੀ ਕਿਹਦੀ ਹੈ? ਔਨ ਗਰਾਊਂਡ ਪੁਲਿਸ ਦੀ ਹੈ ਨਾ ਜੀ। ਤਾਂ ਪਿਛਲੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੀ ਨਫਰੀ ਪੰਜਾਬ ਦੇ ਵਿੱਚ ਪੁਲਿਸ ਦੀ ਹੋਣੀ ਚਾਹੀਦੀ ਸੀ, ਉਹ ਫਰਜ਼ ਕਰ ਲਓ ਜੇ ਕਿਤੇ 100 ਬੰਦਿਆਂ ਦੀ ਲੋੜ ਆ ਤਾਂ ਉੱਥੇ 50 ਵੀ ਹੈ ਨਹੀਂ ਗਏ, ਉੱਥੇ 35-40 ਹੋਈ ਨੇ। ਤਾਂ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਐਪਰੋਪ੍ਰੀਏਟਲੀ ਸਹੀ ਨੰਬਰ ਤੇ ਨਹੀਂ ਕੀਤੀਆਂ ਗਈਆਂ। ਤਾਂ ਹੁਣ ਅਸੀਂ ਪਿਛਲੇ ਸਾਲ ਵੀ ਕਾਫੀ ਭਰਤੀਆਂ ਕੀਤੀਆਂ ਸੀ। ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਪਹਿਲਾਂ ਹੁੰਦਾ ਸੀ ਪਿਛਲੀਆਂ ਸਰਕਾਰਾਂ ਵੇਲੇ ਕਿ ਕਦੇ 5 ਸਾਲ ਬਾਅਦ ਭਰਤੀ ਖੁੱਲ ਰਹੀ ਆ, ਕਦੇ 10 ਸਾਲ ਬਾਅਦ, ਕਦੇ 8 ਸਾਲ ਬਾਅਦ ਭਰਤੀ ਖੁੱਲ ਰਹੀ ਹੈ, ਉਹ ਚੀਜ਼ ਨੂੰ ਖਤਮ ਕਰਤਾ। ਇੱਕ ਪੱਕਾ ਕਰਤਾ ਵੀ ਪੰਜਾਬ ਪੁਲਿਸ ਦੇ ਵਿੱਚ ਸਤੰਬਰ ਦੇ ਮਹੀਨੇ ਹਮੇਸ਼ਾ ਭਰਤੀਆਂ ਹੋਇਆ ਕਰਨਗੀਆਂ, ਜਿਹਦੀ ਪ੍ਰਕਿਰਿਆ ਹੁਣ ਚੱਲ ਪਈ। ਗਲੋਬਲ ਡਿਬੇਟ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪੰਜਾਬ ਜੇ ਆਪਾਂ ਕਿਸੇ ਵੱਡੇ ਮੁੱਦੇ ਦੀ ਗੱਲ ਕਰੀਏ ਜਿਹੜਾ ਕਈ ਸਰਕਾਰਾਂ ਦੇ ਲਈ ਚੁਣੌਤੀ ਬਣਿਆ ਰਿਹਾ, ਜਿਹੜੀ ਮੌਜੂਦਾ ਸਰਕਾਰ ਹੈ ਉਸ ਮੁੱਦੇ ਨੂੰ ਹੱਥ ਪਾਉਣ ਲਈ ਵਾਅਦਾ ਕਰਕੇ ਸੱਤਾ ਵਿੱਚ ਆਈ। ਮੇਰੀ ਕਹਿਣ ਤੋਂ ਮੁਰਾਦ ਹੈ ਪੰਜਾਬ 'ਚ ਨਸ਼ੇ ਤੇ ਡਰੱਗ ਦੇ ਮਾਮਲੇ। ਇਹ ਗੱਲ ਸਹੀ ਹੈ ਕਿ ਪੰਜਾਬੀਆਂ ਵੱਲੋਂ ਇੱਕ ਲਹਿਰ ਦੇ ਤੌਰ ਤੇ ਇਸ ਦਾ ਟਾਕਰਾ ਸ਼ੁਰੂ ਕੀਤਾ ਗਿਆ। ਪਿੰਡਾਂ 'ਚ ਕਮੇਟੀਆਂ ਬਣੀਆਂ, ਪਿੰਡਾਂ ਦੇ ਬਾਹਰ ਕੈਮਰੇ ਲੱਗ ਰਹੇ ਹੈ, ਫੰਡਸ ਇਕੱਠੇ ਹੋ ਰਹੇ, ਇੱਕ ਮੁਹਿੰਮ ਦਾ ਰੂਪ ਸੜਕਾਂ 'ਤੇ ਨਿਤਰਿਆ। ਨੌਜਵਾਨ, ਜਿਨ੍ਹਾਂ ਨੌਜਵਾਨਾਂ ਬਾਰੇ ਕਦੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਨੌਜਵਾਨ ਤਾਂ ਕੇਵਲ ਤੇ ਕੇਵਲ ਨਸ਼ੇੜੀ ਨੇ। ਦੂਜੇ ਪਾਸੇ ਜਦੋਂ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਜਿਹੜੇ ਕਿਸੇ ਵੀ ਮੁੱਦੇ 'ਤੇ ਗੱਲ ਕਰਦੇ ਹੋਣ, ਉਹਨਾਂ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਹੁਣ ਉਹਨਾਂ ਦੇ ਹੱਥਾਂ 'ਚ ਨਸ਼ਿਆਂ ਵਾਲੇ ਟੀਕੇ ਨਹੀਂ, ਸਗੋਂ ਟਿਫਨ ਹੋਣਗੇ। ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਰੁਜ਼ਗਾਰ ਵਾਲੇ ਪਾਸੇ ਵੀ ਲਾਇਆ ਜਾਏਗਾ ਨੌਜਵਾਨਾਂ ਨੂੰ। ਵੱਡੇ ਮੁੱਦੇ, ਵੱਡਾ ਸਵਾਲ, ਦੋ ਤਰਫੀ ਲੜਾਈ। ਇੱਕ ਪਾਸੇ ਸਰਕਾਰ ਕਿਸ ਕਦਰ ਕਾਰਵਾਈ ਕਰ ਰਹੀ ਹੈ, ਦੂਜੇ ਪਾਸੇ ਲੋਕ ਕਿੰਨੇ ਜਾਗਰੂਕ ਹੈ।
ਇਹਦੇ ਬਾਵਜੂਦ ਵਿਰੋਧੀ ਧਿਰਾਂ ਵੱਲੋਂ ਸਵਾਲ ਇਹ ਵੀ ਉਠਾਏ ਜਾ ਰਿਹਾ ਹੈ ਕਿ ਜੋ ਵਾਅਦੇ ਕੀਤੇ ਗਏ ਸੀ ਨਸ਼ਿਆਂ ਦੇ ਖਿਲਾਫ, ਉਹਦੇ ਤੇ ਸਰਕਾਰ ਖਰੀ ਉਤਰਦੀ ਨਜ਼ਰ ਨਹੀਂ ਆਉਂਦੀ। ਖੈਰ, ਨਜ਼ਰੀਆ ਆਪਣਾ ਆਪਣਾ। ਇਹਨਾਂ ਮੁੱਦਿਆਂ ਤੇ ਬਹਿਸ 'ਚ ਪੈਨਲ ਤੇ ਜਿਹੜੇ ਬੇਨਤੀ ਪ੍ਰਵਾਨ ਕਰਕੇ ਸਾਡੇ ਨਾਲ ਮਹਿਮਾਨ ਜੁੜੇ ਆਏ ਆ, ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਖਦੇ ਹਾਂ। ਸਾਡੇ ਨਾਲ ਪਰਮਵੀਰ ਸਿੰਘ ਆਮ ਆਦਮੀ ਪਾਰਟੀ ਦੇ ਬੁਲਾਰੇ ਹੈ। ਇਸੇ ਤਰੀਕੇ ਦੇ ਨਾਲ ਬਲਦੇਵ ਸਿੰਘ ਭਾਈਰੂਪਾ ਕਿਸਾਨ ਆਗੂ ਨੇ। ਵਿਰਸਾ ਸਿੰਘ ਵਲਟੋਹਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਆਗੂ, ਜਾਣੇ ਪਹਿਚਾਣੇ ਚਿਹਰੇ। ਮੋਹਨ ਲਾਲ ਸ਼ਰਮਾ, ਮੋਹਨ ਸ਼ਰਮਾ ਜੀ ਨਸ਼ਾ ਛਡਾਊ ਕੇਂਦਰ ਦੇ ਲਹਿਰ ਦੇ ਇੱਕ ਮੋਢੀ ਦੇ ਤੌਰ ਤੇ ਸ਼ਰਮਾ ਜੀ ਦਾ ਨਾਂ ਹੈ, ਪਹਿਚਾਣਿਆ ਜਾਂਦਾ ਹੈ। ਪੰਜਾਬ 'ਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ, ਉਸ ਦੇ ਕੱਦਾਵਰ ਬੁਲਾਰੇ ਅਰਸ਼ਪ੍ਰੀਤ ਖਡਿਆਲ। ਸਾਰੇ ਮਹਿਮਾਨਾਂ ਨੂੰ ਮੈਂ ਤਹਿ ਦਿਲ ਤੋਂ ਚੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਪਰਮਵੀਰ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਨਸ਼ਿਆਂ ਵਿਰੁੱਧ ਜਦੋਂ ਮੁਹਿੰਮ ਦੀ ਆਪਾਂ ਗੱਲ ਕਰਦੇ ਹਾਂ, ਵਿਰੋਧੀ ਧਿਰਾਂ ਦਾ ਇੱਕ ਆਪਣਾ ਨਜ਼ਰੀਆ ਹੈ। ਪੰਜਾਬ ਦੇ ਲੋਕ ਵੀ ਉੱਠੇ ਹੈ ਇੱਕ ਲਹਿਰ ਦੇ ਤੌਰ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੀ ਇਸ ਮਾਮਲੇ 'ਚ ਕੋਈ ਕਸਰ ਨਹੀਂ ਛੱਡਾਂਗੇ, ਬਦਲੇਗਾ ਪੰਜਾਬ। ਕਿਵੇਂ ਦੇਖਦੇ ਹੋ ਸਥਿਤੀ ਨੂੰ ਪਰਮਵੀਰ ਜੀ? ਸਿੱਧੂ ਸਾਹਿਬ, ਬਹੁਤ ਧੰਨਵਾਦ ਤੁਹਾਡੇ ਚੈਨਲ ਤੇ ਅੱਜ ਇੱਕ ਵਾਰੀ ਦੁਬਾਰਾ ਸੱਦਣ ਲਈ। ਮਿਹਰਬਾਨੀ। ਸਾਥੀ ਪੈਨਲਿਸਟ ਨੂੰ ਵੀ ਮੈਂ ਵੈਲਕਮ ਕਰਨਾ। ਸਿੱਧੂ ਸਾਹਿਬ, ਬੇਨਤੀ ਹੈ ਕਿ ਪੰਜਾਬ ਦੇ ਵਿੱਚ ਇੱਕ ਇਗਨੋਰ ਨਾ ਕੀਤੇ ਜਾਣ ਵਾਲਾ ਨਸ਼ਾ ਇੱਕ ਮੁੱਦਾ ਹੈ। ਰਾਜਨੀਤੀ ਦਾ ਵੀ ਬਹੁਤ ਵੱਡਾ ਹਿੱਸਾ ਬਣ ਚੁੱਕਿਆ ਹੈ, ਜਿਹੜਾ ਕੁਝ ਸਾਲ ਪਹਿਲਾਂ ਤੱਕ ਸ਼ਾਇਦ ਕੋਈ ਵੱਡੀ ਗੱਲ ਨਹੀਂ ਸੀ, ਪਰ ਅੱਜ ਆ ਇੱਕ ਤੁਸੀਂ ਕਹਿ ਲਓ ਵੀ ਹਵਾਨ ਬਣ ਕੇ ਪੰਜਾਬ ਦੀ ਜਵਾਨੀ ਦੇ ਉੱਤੇ ਜਿਹੜੀ ਇਹਨੇ ਪਕੜ ਕੀਤੀ ਹੋਈ ਹੈ। ਗੱਲ ਮੰਨਣੀ ਪਊ। ਸਭ ਤੋਂ ਪਹਿਲਾਂ ਪ੍ਰੋਬਲਮ ਨੂੰ ਮੰਨਣਾ ਪੈਂਦਾ, ਬਿਮਾਰੀ ਨੂੰ ਮੰਨਣਾ ਪੈਂਦਾ, ਤਾਂ ਹੀ ਉਹਦਾ ਹੱਲ ਕੱਢ ਸਕਦੇ ਹਾਂ। ਤਾਂ ਹੀ ਪਤਾ ਲੱਗਦਾ ਵੀ ਕਿਹੜਾ ਟੀਕਾ ਲਾਵਾਂਗੇ, ਕਿਹੜੀ ਦਵਾਈ ਦੇਵਾਂਗੇ ਤਾਂ ਉਹਦੇ ਨਾਲ ਇਹ ਠੀਕ ਹੋਵੇ। ਮੈਂ ਬੇਨਤੀ ਕਰਨੀ ਚਾਹੁੰਦਾ, ਸ਼ਾਇਦ ਬੇਰੁਜ਼ਗਾਰੀ ਕਰਕੇ ਜਿਹੜੀ ਪਿਛਲੇ ਵਕਤ 'ਚ ਰਹੀ, ਸ਼ਾਇਦ ਜਿਹੜਾ ਪੰਜਾਬ ਦਾ ਸਟੀਅਰਿੰਗ ਗਲਤ ਹੱਥ ਕੇ ਜਿਹੜਾ ਪਿਛਲੇ ਸਮੇਂ 'ਚ ਰਿਹਾ, ਸ਼ਾਇਦ ਹੋਰ ਜਿਹੜਾ ਮੂੰਹ ਮਹਾਂਦਰਾ ਪੰਜਾਬ ਦਾ ਬਿਹਤਰ ਹੋਣਾ ਚਾਹੀਦਾ ਸੀ। ਕਈ ਤਰੀਕਿਆਂ ਨਾਲ, ਕਈ ਨੀਤੀਆਂ ਚੀਆਂ ਜਿਨ੍ਹਾਂ ਦੇ ਹੱਥ ਦੇ ਵਿੱਚ ਬਾਗਡੋਰ ਸੀ ਪੰਜਾਬ ਦੇ ਸਰਕਾਰ ਚਲਾਉਣ ਦੀ, ਕਿਤੇ ਨਾ ਕਿਤੇ ਗਲਤੀ ਰਹੀ ਹੈ। ਇਸ ਕਰਕੇ ਪੰਜਾਬ ਇਸ ਕਗਾਰ ਤੇ ਆ ਕੇ ਖੜਾ ਹੋ ਗਿਆ। ਇਹ ਤਾਂ ਨਹੀਂ ਕਿ ਇੱਕ ਦਿਨ 'ਚ ਹੀ ਖੜਾ ਹੋ ਗਿਆ, ਇੱਕ ਮਹੀਨੇ 'ਚ ਜਾਂ ਇੱਕ ਸਾਲ 'ਚ ਹੀ ਖੜਾ ਹੋਇਆ। ਇਸ ਗੱਲ ਨੂੰ ਵਕਤ ਲੱਗਿਆ, ਬੜਾ ਗ੍ਰੈਜੂਅਲ ਪ੍ਰੋਸੈਸ ਸੀ। ਤਾਂ ਪੰਜਾਬ ਨੂੰ ਝੱਲਣਾ ਪੈ ਰਿਹਾ ਹੈ, ਇਹ 'ਚ ਕੋਈ ਡਾਊਟ ਨਹੀਂ ਜੀ। ਪਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਮਿਟਡ ਹੈ, ਉਹਨਾਂ ਦਾ ਹਰ ਆਗੂ ਕਮਿਟਡ ਹੈ, ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਕਿ ਪੰਜਾਬ ਦੇ ਵਿੱਚੋਂ ਜਿਸ ਐਂਥੂਜ਼ੀਆਜ਼ਮ ਨਾਲ, ਜਿਸ ਹਿੰਮਤ ਨਾਲ ਉਹ ਲੱਗੇ ਹੋਏ ਨੇ, ਰੈਗੂਲਰ ਮੀਟਿੰਗਸ ਅਧਿਕਾਰੀਆਂ ਨਾਲ ਕਰ ਰਹੇ ਨੇ, ਤੇ ਉਹਦਾ ਜਿਹੜਾ ਔਨ ਗਰਾਊਂਡ ਜਿਹੜਾ ਰਿਜ਼ਲਟ ਆ ਕਿਤੇ ਨਾ ਕਿਤੇ ਦਿਖ ਰਿਹਾ। ਮੈਂ ਨਹੀਂ ਕਹਿੰਦਾ ਇਹ ਤੋਂ ਪਾਰ ਪਾ ਚੁੱਕੇ ਹਾਂ, ਹਜੇ ਬਹੁਤ ਕੁਝ ਕਰਨਾ ਪੈਂਡਿੰਗ ਆ। ਮੈਂ ਤਾਂ ਹਜੇ ਮੰਨੂਗਾ ਵੀ ਬਹੁਤ ਘੱਟ ਇੱਥੇ ਕੁਝ ਹੋ ਸਕਿਆ, ਜਿੱਡੀ ਵੱਡੀ ਇਹ ਸਮੱਸਿਆ। ਯੈਸ, ਇਹਦੇ ਉੱਤੇ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਸਰਕਾਰ ਵੱਲੋਂ, ਉਹ ਐਗਜ਼ੀਕਿਊਟ ਕੀਤਾ ਜਾਣਾ ਬਾਕੀ ਹੈ। ਬਹੁਤ ਸਾਰੇ ਸਵਾਲ ਆਉਂਦੇ ਆ ਕਿ ਜੀ 1.5 ਸਾਲ ਹੋ ਗਿਆ ਸਰਕਾਰ ਦਾ, ਕਿਉਂ ਨਹੀਂ ਇੱਥੇ ਕੁਝ ਕੀਤਾ? ਬਹੁਤ ਕੁਝ ਕੀਤਾ ਗਿਆ। ਲੁਧਿਆਣੇ ਹੁਣ ਤੋਂ 2-3 ਮਹੀਨੇ ਪਹਿਲਾਂ ਬਹੁਤ ਵੱਡਾ ਕ੍ਰੈਕਡਾਊਨ ਕੀਤਾ ਸੀਗਾ। ਅੰਮ੍ਰਿਤਸਰ ਇੱਕ ਕ੍ਰੈਕਡਾਊਨ ਹੋਇਆ ਸੀਗਾ। ਕਈ ਜਗ੍ਹਾ ਕ੍ਰੈਕਡਾਊਨਸ ਕੀਤੇ ਗਏ ਨੇ, ਤੇ ਇਹਦੀ ਲੀਡ ਇਕੱਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਫੜਨਾ ਹੀ ਇਹਦਾ ਹੱਲ ਨਹੀਂ, ਬਲਕਿ ਜਿਹੜੇ ਲੋਕ ਸਪਲਾਇਰਸ ਹੈ ਜਾਂ ਜਿਹੜੇ ਦੇ ਪਿੱਛੇ ਕੋਈ ਵੀ ਅਧਿਕਾਰੀ, ਕੋਈ ਵੀ ਕੁਛ ਜੇ ਰਲੇ ਹੋਏ ਆ, ਤਾਂ ਉਹਨਾਂ ਤੇ ਕਾਰਵਾਈ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ, ਤੇ ਸਰਕਾਰ ਕਰੂਗੀ। ਤਾਂ ਇੱਥੇ ਇੱਕ ਵੱਡਾ ਪਲਾਨ ਜਿਹੜਾ ਸਰਕਾਰ ਦਾ ਉਹ ਲਗਭਗ ਤਿਆਰ ਹੈ, ਤੇ ਪੂਰੇ ਕਮਿਟਡ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਪੁੱਟ ਕੇ ਸੁੱਟਿਆ ਜਾਵੇ। ਤੇ ਉਹਦੇ ਇਵਜ਼ ਨਸ਼ੇ ਨੂੰ ਤਾਂ ਜਿਹੜਾ ਦੂਰ ਕਰਨਾ ਹੀ ਕਰਨਾ, ਜਿਹੜੀ ਪੁਲਿਸ ਤੇ ਏਜੰਸੀਆਂ ਆਪਣਾ ਕੰਮ ਕਰਨਗੀਆਂ, ਉਹਦੇ ਨਾਲ ਨਾਲ ਅਸੀਂ ਜਿਹੜੇ ਹੋਰ ਸਹੀ ਪਾਸੇ ਜਿਹੜਾ ਨੌਜਵਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਲਾਉਣ ਦੇ ਲਈ ਅਸੀਂ ਲਗਭਗ 36,000 ਦੇ ਨੇੜੇ ਤੇੜੇ ਨੌਕਰੀਆਂ ਪ੍ਰੋਵਾਈਡ ਕਰ ਚੁੱਕੇ ਹਾਂ ਹੁਣ ਤੱਕ। ਉਹ ਸਾਰਿਆਂ ਦੇ ਮੂਹਰੇ ਇੱਕ ਪ੍ਰੋਗਰਾਮ ਕੋਈ ਲੁਕਿਆ ਨਹੀਂ, ਸਰਕਾਰ ਦੇ ਮੂਹਰੇ, ਲੋਕਾਂ ਦੇ ਮੂਹਰੇ ਉਹ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ। ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਨਹੀਂ ਹੋਇਆ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਇਨਵੈਸਟਮੈਂਟ ਵੀ ਚੰਗੀ ਆ ਰਹੀ ਹੈ, ਪਰ ਮੈਂ ਫੇਰ ਕਹਿੰਦਾ, ਜ਼ਿੰਮੇਵਾਰੀ ਨਾਲ ਕਹਿੰਦਾ ਕਿ ਥੋੜਾ ਹੋਇਆ, ਬਹੁਤ ਕੁਝ ਕਰਨਾ ਪੈਂਡਿੰਗ ਹੈ। ਤਾਂ ਇੱਥੇ ਸਾਡੀ ਕਮਿਟਮੈਂਟ ਹੈ। ਬਿਲਕੁਲ ਥੋੜਾ ਤੁਸੀਂ ਇਮਾਨਦਾਰੀ ਨਾਲ ਮੰਨ ਰਹੇ ਹੋ ਕਿ ਥੋੜਾ ਹੋਇਆ ਪਰ ਬਹੁਤ ਕੁਝ ਕਰਨਾ ਬਾਕੀ ਹੈ। ਇੱਕ ਨਿੱਕਾ ਜਿਹਾ ਸਵਾਲ ਮੈਂ ਲੈ ਕੇ ਦਰਸ਼ਕਾਂ ਵੱਲ ਅੱਗੇ ਜਾਵਾਂਗਾ। ਤੁਸੀਂ ਕਿਹਾ ਕਿ ਵੱਡੀ ਪਲੈਨਿੰਗ ਕੀਤੀ ਜਾ ਰਹੀ ਹੈ,
ਕੀ ਲੱਗਦਾ ਨਹੀਂ ਵਿਰੋਧੀ ਧਿਰਾਂ ਵੱਲੋਂ ਜਿਹੜੇ ਸਵਾਲ ਉਠਾਏ ਜਾ ਰਹੇ ਕਿ 1.5 ਸਾਲ ਦੇ ਵਿੱਚ ਆਪਣੇ ਕੋਲੋਂ ਵੱਡੀ ਪਲੈਨਿੰਗ ਹੀ ਤਿਆਰ ਨਹੀਂ ਹੋਈ? ਸਿੱਧੂ ਸਾਹਿਬ, ਮੈਂ ਇੱਕ ਗੱਲ ਕਰਨੀ ਚਾਹੁੰਦਾ, ਜੇ ਤਾਂ ਕਿਸੇ ਕੰਮ ਤੇ ਲੇਪਾ ਪੋਥੀ ਕਰਨੀ ਹੋਵੇ ਜੀ, ਉਹ ਤਾਂ ਕੀਤੀ ਜਾ ਸਕਦੀ ਹੈ, ਕਾਹਲੀ 'ਚ ਕੀਤੀ ਜਾ ਸਕਦੀ ਹੈ। ਪਰ ਯੈਸ, ਡੈਫੀਨੇਟਲੀ ਇੱਕ ਇੰਨੀ ਪੁਰਾਣੀ ਚੀਜ਼, ਇੰਨੀ ਜਿਹੜੀ ਜੜ੍ਹਾਂ ਤੱਕ ਵੜ ਚੁੱਕੀ ਹੈ, ਉਹਨੂੰ ਵੱਢਣ ਦੇ ਲਈ ਇੱਕ ਵੱਡੀ ਪੂਰੀ ਸਤਰਕ ਤੇ ਜਿਹੜੀ ਬਹੁਤ ਚੰਗੇ ਤਰੀਕੇ ਨਾਲ ਰਿਜ਼ਲਟ ਲੈ ਕੇ ਦੇਵੇ ਉਹੋ ਜਿਹੀ ਨੀਤੀ ਦੇ ਉੱਤੇ ਕੰਮ ਕਰਨ ਦੀ ਲੋੜ ਸੀ। ਕਹਿਣਾ ਤਾਂ ਆਪਾਂ ਜਿਹੜਾ ਕ੍ਰਿਟਿਸਾਈਜ਼ ਕਰਨਾ ਉਹ ਸਭ ਦਾ ਹੱਕ ਹੈ, ਡੈਮੋਕ੍ਰੇਸੀ ਸਭ ਨੂੰ ਹੱਕ ਹੈ, ਜੋ ਮਰਜ਼ੀ ਕਹਿਣ। ਥੈਂਕ ਯੂ ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਬਲਦੇਵ ਭਾਈ ਰੂਪਾ। ਮੈਂ ਸਮਾਜਿਕ ਨਜ਼ਰੀਏ ਤੋਂ ਇੱਕ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਗੱਲ ਕੀਤੀ ਹੈ ਕਿ ਸਰਕਾਰ ਕਿਸ ਕਦਰ ਕਾਰਵਾਈ ਕਰ ਰਹੀ ਹੈ, ਪਲੈਨਿੰਗ ਦੀ ਗੱਲ ਹੈ, ਪੁਲਿਸ ਦੀ ਗੱਲ ਹੈ, ਜੋ ਵੱਡੀ ਪੱਧਰ 'ਤੇ ਛਾਪੇਮਾਰੀ ਪਰਮਵੀਰ ਹੁਣਾਂ ਨੇ ਜੋ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਸਮਾਜਿਕ ਪੱਧਰ 'ਤੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ, ਲੋਕ ਇੱਕ ਲਹਿਰ ਦੇ ਤੌਰ 'ਤੇ ਉੱਠ ਰਹੇ ਹੈ, ਫੰਡਸ ਇਕੱਠੇ ਹੋ ਰਹੇ ਹੈ, ਕੈਮਰੇ ਲੱਗ ਰਹੇ ਹੈ, ਉਸ ਮੁਹਿੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਕਿਸਾਨ ਵੀ ਇਸ ਮੁਹਿੰਮ 'ਚ ਕੁੱਦੇ ਹੋਏ ਹੈ। ਬਲਦੇਵ ਭਾਈ ਰੂਪਾ ਜੀ। ਦੇਖੋ ਜੀ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ। ਜਿਹੜੇ ਟੈਸਟ ਮੁੱਦੇ ਆ ਜਿਹੜੇ ਚੁੱਕਦੇ ਰਹਿੰਦੇ ਹੋ, ਜਿਹੜੇ ਮੇਰੇ ਸਾਥੀ ਬੈਠੇ ਨਾਲ ਉਹਨਾਂ ਤੋਂ ਸੁਝਾਅ ਲੈਂਦੇ ਰਹਿੰਦੇ ਹੋ, ਮਿਹਰਬਾਨੀ। ਦੂਸਰੀ ਗੱਲ ਇਹ ਹੈ ਜੀ, ਜਿਹੜਾ ਹੁਣ ਸਰਕਾਰਾਂ ਤੋਂ ਝਾਕ ਛੱਡ ਕੇ, ਚਾਹੇ ਪਿਛਲੀਆਂ ਸੀ ਚਾਹੇ ਹੁਣ ਵਾਲੀ ਆ, ਹੁਣ ਜਿਹੜੇ ਨੌਜਵਾਨਾਂ ਨੂੰ ਨੌਜਵਾਨ ਹੀ ਬਚਾਉਣ ਵਾਸਤੇ ਲੱਗੇ ਹੋਏ ਨੇ। ਜੇ ਤੁਸੀਂ ਗਰਾਊਂਡ ਲੈਵਲ ਤੇ ਦੇਖੋ ਤਾਂ ਬਹੁਤ ਸਾਰੇ, ਭਾਈ ਰੂਪਾ ਮੇਰਾ ਬਹੁਤ ਵੱਡਾ ਪੰਜਾਬ ਦਾ, ਅਸੀਂ ਖੁਦ ਵੀ ਸਾਰੇ ਪਿੰਡ ਦੇ ਵਿੱਚ ਕਲੈਕਸ਼ਨ ਕਰਕੇ ਪਿੰਡਾਂ ਦੇ 1000 ਦੇ ਤਾਂ ਵੱਡੇ ਆ, ਤਾਂ ਕੈਮਰੇ ਜਿਹੜੇ ਉਹ ਲੱਗ ਰਹੇ ਆ। ਅਸੀਂ ਦਿਨ ਰਾਤ ਦੇ ਪਹਿਰੇ ਵੀ ਜਿਹੜੇ ਹੈਗੇ ਆ ਉਹ ਲਾ ਰਹੇ ਆ ਪਿੰਡਾਂ ਦੇ ਵਿੱਚ। ਪਰ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਨੌਜਵਾਨ ਪਹਿਰੇ ਲਾ ਰਹੇ ਨੇ, ਉਹਨਾਂ ਦੀ ਹਾਲਤ ਤੁਸੀਂ ਜਾਣੂ ਆ, ਸਾਰਾ ਪੰਜਾਬ ਜਾਣੂ ਆ ਕਿ ਪਹਿਰੇ ਤੇ ਖੜਿਆਂ ਤੇ ਨੌਜਵਾਨਾਂ ਤੇ ਜਿਹੜੇ ਹੈਗੇ ਆ ਹਮਲੇ ਹੋ ਰਹੇ ਨੇ। 2-3 ਕਤਲ ਹੋ ਗਏ ਪਹਿਲਾਂ ਇੱਧਰ ਫਰੀਦਕੋਟ ਜ਼ਿਲ੍ਹੇ 'ਚ ਹੋਇਆ, ਆ ਹੁਣ ਥੋੜੇ ਦਿਨ ਪਹਿਲਾਂ ਸਾਡੇ ਇੱਧਰ ਬਠਿੰਡੇ ਦੇ ਸਾਡੇ ਫੂਲ ਬਲਾਕ ਦੇ ਵਿੱਚ ਨਥਾਣੇ ਦੇ ਵਿੱਚ ਵੀ ਹੋਇਆ। ਤਾਂ ਦੂਸਰੇ ਪਾਸੇ ਜਿੱਥੇ ਲੋਕ ਲੱਗੇ ਹੋਏ ਨੇ, ਅਸੀਂ ਕਿਸਾਨ ਜਥੇਬੰਦੀਆਂ ਨਾਲ ਲੱਗੇ ਹੋਏ ਆ, ਵੱਡਾ ਹੰਗਾਰਾ ਜਿਹੜਾ ਹੈਗਾ ਉਹ ਮਿਲ ਰਿਹਾ ਲੋਕਾਂ ਨੂੰ, ਕੋਈ ਪੈਸੇ ਦੀ ਪਰਵਾਹ ਨਹੀਂ। ਕਿਉਂਕਿ ਪੰਜਾਬ ਦੇ ਪੁੱਤ ਆ ਜਿਹੜੇ ਇਕੱਲੇ ਘਰ ਦੇ ਇੱਕ ਪੁੱਤ ਆ, ਉਹ ਜਾ ਰਹੇ ਨੇ। ਤਾਂ ਇਹ ਫਿਕਰਮੰਦੀ ਵਾਲੀ ਗੱਲ ਤਾਂ ਸਿੱਧੂ ਸਾਹਿਬ ਹੈ ਹੀ ਹੈ ਜੀ। ਤਾਂ ਹੀ ਹੁਣ ਲੋਕ ਆਪਣੇ ਤੌਰ ਤੇ ਪੁਲਿਸ ਤੋਂ, ਸਰਕਾਰਾਂ ਤੋਂ ਝਾਕ ਛੱਡ ਕੇ, ਜਿਵੇਂ ਸਾਥੀ ਨੇ ਕਿਹਾ ਆਪਣੇ ਨੇ ਆਪ ਆਲੀ ਨੇ, ਹਜੇ ਤਾਂ ਕੁਛ ਵੀ ਨਹੀਂ ਕੀਤਾ। ਹਜੇ ਤਾਂ ਜੇ ਤੁਸੀਂ ਕਹੋ ਕਿ ਤੰਦ ਵੀ ਪਾਉਣ ਵਾਲਾ। ਦੂਸਰੇ ਪਾਸੇ ਪੁਲਿਸ ਦਾ ਜਿਹੜਾ ਹਾਲ ਆ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਜਿਹੜੀ ਆਪ ਹੀ ਇਸ ਗਲਤਾਨ ਦੇ ਵਿੱਚ ਜਿਹੜੀ ਹੈਗੀ ਹੈ ਡੁੱਬ ਗਈ। ਤਾਂ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਗਈ ਤਾਂ ਸਾਡਾ ਜਿਹੜਾ ਹਾਲ ਆ, ਸਾਨੂੰ ਬਚਤ ਵਾਲਾ ਜਿਹੜਾ ਹੈਗਾ ਜਿਹੜਾ ਪਾਸਾ, ਉਹ ਤਾਂ ਕਿਸੇ ਪਾਸੇ ਨਜ਼ਰ ਹੀ ਨਹੀਂ ਆ ਰਿਹਾ। ਏਡੀ ਵੱਡੀ ਘਟਨਾ ਫਿਰੋਜ਼ਪੁਰ ਦੇ ਵਿੱਚ ਵਾਪਰ ਗਈ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੀ ਪੁਲਿਸ ਆ, ਉਹ ਬਹੁਤ ਸਾਰੀ ਪੁਲਿਸ। ਥੈਂਕ ਯੂ ਬਲਦੇਵ ਜੀ, ਉਹਨਾਂ ਨੂੰ ਧੰਨਵਾਦ ਤੁਹਾਡਾ। ਤਾਂ ਕੌਣ ਬਚਾਊਗਾ? ਤਾਂ ਫਿਰ ਸਾਡੀ ਜਿਹੜੀ ਰਾਖੀ ਆ ਸਾਨੂੰ ਆਪ ਨੂੰ ਹੀ ਸਿੱਧੂ ਸਾਹਿਬ ਕਰਨੀ ਪੈਣੀ ਆ ਜੀ। ਬਹੁਤ ਜ਼ਿਆਦਾ ਮਾੜਾ ਹਾਲ ਆ, ਲੋਕ ਉੱਠੇ ਆ, ਹੁਣ ਲਹਿਰ ਬਣੀ ਆ ਇੱਕ ਪੂਰੇ ਇੱਧਰ ਬਠਿੰਡੇ ਜ਼ਿਲ੍ਹੇ ਦੇ ਵਿੱਚ, ਮਾਲਵੇ ਦੇ ਵਿੱਚ। ਅਸੀਂ ਤਕਰੀਬਨ ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਕਮੇਟੀਆਂ ਬਣਾ ਦਿੱਤੀਆਂ, ਜਿਹੜੀਆਂ ਦਿਨ ਰਾਤ ਲੱਗੀਆਂ ਹੋਈਆਂ ਆਪਣੇ ਟੀਮ। ਥੈਂਕ ਯੂ ਬਲਦੇਵ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਫਿਰ ਆਵਾਂਗਾ ਮੈਂ ਇਸ ਮੁੱਦੇ ਤੇ ਤੁਹਾਡੇ ਵੱਲ। ਬਹੁਤ ਮਿਹਰਬਾਨੀ, ਤੁਹਾਡਾ ਵਿਚਾਰ ਆ ਗਿਆ ਇਸ ਮੁੱਦੇ ਦੇ ਉੱਪਰ। ਖਡਿਆਲ ਜੀ, ਇਸ ਮਾਮਲੇ ਤੇ ਜਿੱਦਾਂ ਮੈਂ ਕਿਹਾ ਕਿ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਦੇ ਹੋ, ਸਰਕਾਰ ਦਾ ਆਪਣੇ ਤੌਰ ਤੇ ਦਾਅਵਾ ਹੈ, ਵਿਰੋਧੀ ਧਿਰ ਕਿਵੇਂ ਦੇਖਦੀ ਹੈ ਡਰੱਗਸ ਦੇ ਮੁੱਦੇ ਤੇ ਪੰਜਾਬ 'ਚ? ਖਡਿਆਲ ਸਾਹਿਬ। ਸਰਕਾਰ ਨੂੰ ਨਾ ਸ਼ੁਰੂ ਇੱਕ ਬਿਆਨ ਤੋਂ ਕਰਨਾ ਚਾਹੀਦਾ ਸੀਗਾ ਆ ਡਿਬੇਟ ਨੂੰ। ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਹਾਂ ਕਿ ਤੁਹਾਨੂੰ ਝੂਠ ਬੋਲਿਆ ਸੀ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਾਅਦਾ ਸੀਗਾ। ਨਸ਼ਾ ਤਾਂ ਖਤਮ ਹੋਇਆ ਨਹੀਂ ਸਿੱਧੂ ਸਾਹਿਬ, ਵੱਧ ਜ਼ਰੂਰ ਗਿਆ। NCRB ਦੀ ਰਿਪੋਰਟ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਹਿੰਦੀ ਹੈ NDPS ਮਤਲਬ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋਇਆ।
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੀ ਮਾਫੀ ਮੰਗਣੀ ਚਾਹੀਦੀ ਹੈ। ਦੂਜੀ ਗੱਲ, ਸਿੱਧੂ ਸਾਹਿਬ 1.5 ਸਾਲ ਦੇ ਵਿੱਚ ਓਪਨਲੀ ਖੁੱਲੇਆਮ ਸ਼ਰੇਆਮ ਨਸ਼ਾ ਦਿਖ ਵੀ ਰਿਹਾ, ਵਿਕ ਵੀ ਰਿਹਾ ਤੇ ਐਕਸ਼ਨ ਵੀ ਕੋਈ ਨਹੀਂ ਹੋ ਰਿਹਾ। ਤੁਸੀਂ ਇਹ ਦੇਖੋ, ਜਿੰਨੀਆਂ ਰਿਪੋਰਟਾਂ ਆ ਰਹੀਆਂ, ਜਿੰਨੇ ਆંકੜੇ ਆ ਰਹੇ ਹੈ, ਹੈਰੋਇਨ ਦੀ ਰਿਕਵਰੀ ਲਾ ਲਓ, ਤੁਸੀਂ ਓਪੀਐਮ ਦੀ ਰਿਕਵਰੀ ਲਾ ਲਓ, ਪੌਪੀ ਹਸ ਦੀ ਰਿਕਵਰੀ ਲਾ ਲਓ, ਹੋਰ ਅੱਛਾ ਸੀਐਮ ਸਾਹਿਬ ਕਹਿਣਗੇ, ਸਰਕਾਰ ਆਮ ਆਦਮੀ ਪਾਰਟੀ ਦੀ ਕਹੂਗੀ ਬਾਰਡਰ ਪਾਰ ਤੋਂ ਨਸ਼ਾ ਆ ਰਿਹਾ ਹੈ। ਫਿਰ ਸੀਐਮ ਭਗਵੰਤ ਮਾਨ ਸਾਹਿਬ ਬਾਰਡਰ ਸਟੇਟ ਦੇ ਵਿੱਚ, ਜੋ ਇੱਕ ਸੈਂਸਿਟਿਵ ਸਟੇਟ ਹੈ, ਬਾਰਡਰ ਜ਼ਿਲ੍ਹਾ 'ਚ ਜਾ ਕੇ ਰਾਜ਼ੀ ਕਿਉਂ ਨਹੀਂ ਹੈ? ਕਿੰਨੀ ਵਾਰੀ ਸੀਐਮ ਭਗਵੰਤ ਮਾਨ ਸਾਹਿਬ ਬਾਰਡਰ ਜ਼ਿਲ੍ਹਾ 'ਚ ਜਾ ਕੇ ਆਏ? ਆਮ ਆਦਮੀ ਪਾਰਟੀ ਦੇ ਬੁਲਾਰੇ ਪਰਮਵੀਰ ਜੀ ਦੱਸਣ ਇੱਥੇ, ਕਿਉਂਕਿ ਸੀਐਮ ਸਾਹਿਬ ਤਾਂ ਜਾ ਨਹੀਂ ਸਕੇ, ਬੰਗਲੌਰ ਵੀ ਜਾਣਾ ਸੀਗਾ, ਵੈਸਟ ਬੰਗਾਲ ਵੀ ਜਾਣਾ ਸੀਗਾ, ਮਹਾਰਾਸ਼ਟਰ ਵੀ, ਦਿੱਲੀ ਵੀ, ਕਿਉਂਕਿ ਕੈਂਪੇਨਿੰਗ ਜ਼ਰੂਰੀ ਹੈ। ਲੇਕਿਨ ਸੀਐਮ ਸਾਹਿਬ ਤਾਂ ਗਏ ਨਹੀਂ। ਗਵਰਨਰ ਸਾਹਿਬ ਨੂੰ 1 ਨਹੀਂ 2 ਨਹੀਂ 3 ਨਹੀਂ 4 ਦਫਾ ਜਾਣਾ ਪਿਆ, ਉੱਥੇ ਜਾ ਕੇ ਸਿਚੁਏਸ਼ਨ ਦਾ ਜਾਇਜ਼ਾ ਲਿਆ ਤੇ ਐਕਸ਼ਨ ਆਰਡਰ ਕੀਤਾ। ਮੈਂ ਪਰਮਵੀਰ ਜੀ ਨੂੰ ਇੱਕ ਗੱਲ ਪੁੱਛੂੰਗਾ ਕਿ ਤੁਹਾਡੀ ਸਰਕਾਰ ਤੋਂ ਕੀ ਕੋਈ ਐਕਸਪੈਕਟ ਕਰੇ ਵੀ ਨਸ਼ੇ ਦੇ ਮੁੱਦੇ ਤੇ ਤੁਸੀਂ ਐਕਟ ਕਰੋਗੇ, ਕਿਉਂਕਿ ਤੁਸੀਂ ਤਾਂ ਇਲਜ਼ਾਮ ਲਾ ਕੇ ਮਾਫੀਆਂ ਮੰਗੀਆਂ, ਤੁਹਾਡੇ ਸੁਪਰੀਮੋ ਸਾਹਿਬ ਨੇ ਮਾਫੀਨਾਮੇ ਲਿਖਤੀ ਕੋਰਟ ਦੇ ਵਿੱਚ ਦਿੱਤੇ ਹੈ। ਮੈਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁਲਾਰੇ ਗੱਲ ਦੱਸਣ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਯੂਨਿਟ ਹੈ, ਕਿ ਉਹ ਸਹਿਮਤ ਸੀ ਜਦੋਂ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਸੀਗੀ ਮਜੀਠੀਆ ਸਾਹਿਬ ਤੋਂ, ਜਾਂ ਤੁਸੀਂ ਅਸਹਿਮਤ ਸੀਗੇ? ਤੇ ਇਹ ਜੇ ਗੱਲ ਕਹਿਣ ਸਿੱਧੂ ਸਾਹਿਬ ਵੀ ਚੀਫ ਮਿਨਿਸਟਰ ਹੈ, ਕੰਮ ਕਰਨਾ ਹੁੰਦਾ ਹੈ, ਡਿਊਟੀ ਹੁੰਦੀ ਹੈ, ਤੇ ਉਹ ਤਾਂ ਪਹਿਲਾਂ ਵੀ ਪਤਾ ਸੀ ਤੁਹਾਨੂੰ ਵੀ ਚੀਫ ਮਿਨਿਸਟਰ ਹੈ, ਇਲਜ਼ਾਮ ਲਾਉਣ ਤੋਂ ਪਹਿਲਾਂ ਵੀ ਕੰਮ ਆਪਾਂ ਜਵਾਬ ਲੈ ਲਈਏ। ਕੀ ਗੱਲ ਸਿੱਧੂ ਸਾਹਿਬ, ਇੱਕ ਸੈਕਿੰਡ ਕਾਇੰਡਲੀ ਮੈਨੂੰ 30 ਸੈਕਿੰਡ ਦੇ ਦਿਓ। ਸੋ ਇਹ ਤਾਂ ਉਹਨਾਂ ਨੂੰ ਉਦੋਂ ਵੀ ਪਤਾ ਸੀਗਾ, ਉਹਦੇ ਬਾਵਜੂਦ ਜੇ ਇਲਜ਼ਾਮ ਲਾਇਆ ਤੁਹਾਡੇ ਸੰਜੇ ਸਿੰਘ, ਅੱਜ ਉਹਨਾਂ ਨੇ ਤਾਂ ਮਾਫੀ ਮੰਗੀ ਨਹੀਂ, ਅੱਜ ਵੀ ਕੇਸ ਭੁਗਤ ਰਹੇ ਹੈ, ਲੇਕਿਨ ਉਹਦੇ ਬਾਵਜੂਦ ਤੁਹਾਡੇ ਸੁਪਰੀਮੋ ਸਾਹਿਬ ਨੇ ਮੰਗ ਲਈ। ਤੁਹਾਡੀਆਂ ਅੱਖਾਂ ਦੇ ਵਿੱਚ ਉਹ ਠੀਕ ਹੈ ਕਿ ਗਲਤ? ਆਮ ਆਦਮੀ ਪਾਰਟੀ ਪੰਜਾਬ ਯੂਨਿਟ ਦੀ ਨਜ਼ਰਾਂ ਦੇ ਵਿੱਚ ਲੰਬੇ ਸਵਾਲ ਹੋ ਜਾਣਗੇ, ਠੀਕ ਹੈ, ਫਿਰ ਆਪਾਂ ਆਵਾਂਗੇ ਇਸ ਮੁੱਦੇ ਤੇ। ਜੀ ਪਰਮਵੀਰ ਜੀ ਜਿਹਨਾਂ ਮੁੱਦਿਆਂ ਤੇ ਗੱਲ ਕੀਤੀ ਹੈ, ਖਡਿਆਲ ਜੀ ਕਹਿੰਦੇ ਕਿ ਮਾਫੀ ਮੰਗੋ ਕਿਉਂਕਿ 4 ਮਹੀਨਿਆਂ 'ਚ ਦਾਅਵਾ ਤੇ ਵਾਅਦਾ ਕੀਤਾ ਗਿਆ ਸੀ, ਉਹ ਨਹੀਂ ਪੂਰਾ ਹੋਇਆ। ਫਿਰ ਕਹਿੰਦੇ ਕਿ ਜਿਹੜੇ ਤੁਹਾਡੇ ਪਾਰਟੀ ਸੁਪਰੀਮੋ ਹੈ ਉਹਨਾਂ ਨੇ ਮਾਫੀ ਮੰਗੀ ਹੈ, ਕੋਰਟਾਂ ਦਾ ਜ਼ਿਕਰ ਕੀਤਾ ਹੈ, ਔਰ ਕਿਸ ਤਰ੍ਹਾਂ ਧੜਾ ਪੰਜਾਬ 'ਚ ਇਹਨਾਂ ਮੁੱਦਿਆਂ ਤੇ ਕਟਹਿਰੇ 'ਚ ਖੜਾ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਜੀ ਪਰਮਵੀਰ ਜੀ। ਸਿੱਧੂ ਸਾਹਿਬ, ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਖੜਿਆਲ ਸਾਹਿਬ ਆਪੋਜੀਸ਼ਨ 'ਚ ਨੇ, ਜੋ ਮਰਜ਼ੀ ਸਵਾਲ ਕਰ ਸਕਦੇ ਆ ਤੇ ਆਲਵੇਜ਼ ਸੁਹਿਰਦ ਸਵਾਲ ਕਰਦੇ ਆ, ਮੈਂ ਅਪਰੀਸ਼ੀਏਟ ਕਰਦਾ ਹਾਂ। ਪਰ ਅੱਜ ਸਾਡੇ ਹੱਥ ਕਮਾਨ ਹੈ, ਅਸੀਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਾਂ ਤੇ ਜ਼ਿੰਮੇਵਾਰੀਆਂ ਨਿਭਾਵਾਂਗੇ। ਜੋ ਇਹਨਾਂ ਨੇ ਗੱਲਾਂ ਕਹੀਆਂ ਕਿ ਬਹੁਤ ਜ਼ਿਆਦਾ ਕ੍ਰਾਈਮ ਐਨਸੀਆਰਬੀ ਦੀ ਰਿਪੋਰਟ ਹੈ ਕਿ ਐਨਡੀਪੀਐਸ ਰਿਲੇਟਡ ਹੋ ਰਿਹਾ, ਉਹ ਤਾਂ ਹੀ ਅੰਕੜੇ ਤੁਹਾਡੇ ਕੋਲ ਆ ਰਹੇ ਨੇ ਕਿ ਸਰਕਾਰ ਸੁੱਤੀ ਨਹੀਂ ਪਈ, ਸਰਕਾਰ ਜਾਗ ਗਈ, ਤਾਂ ਹੀ ਕਾਰਵਾਈਆਂ ਹੋ ਰਹੀਆਂ, ਤਾਂ ਹੀ FIRs ਹੋ ਰਹੀਆਂ ਨੇ। ਇੱਕ ਗੱਲ। ਦੂਜੀ ਗੱਲ ਇਹ ਕਹਿ ਰਹੇ ਸੀ ਰਿਕਵਰੀਆਂ ਦੀ, ਇਹਨਾਂ ਦੇ ਸਵਾਲਾਂ 'ਚ ਜਵਾਬ ਨੇ। ਇਹ ਕਹਿ ਰਹੇ ਸੀ ਰਿਕਵਰੀਆਂ ਬਹੁਤ ਵੱਡੀਆਂ ਹੋ ਰਹੀਆਂ, ਤਾਂ ਉਹ ਵੀ ਕੋਈ ਯੂਪੀ ਦੀ ਹਰਿਆਣੇ ਦੀ ਪੁਲਿਸ ਥੋੜੀ ਕਰ ਰਹੀ ਹੈ ਸਰ, ਉਹ ਵੀ ਪੰਜਾਬ ਦੀ ਪੁਲਿਸ ਕਰ ਰਹੀ ਹੈ, ਤਾਂ ਹੀ ਵੱਡੀਆਂ ਰਿਕਵਰੀਆਂ ਹੋ ਰਹੀਆਂ ਨੇ। ਪੰਜਾਬ ਦੀ ਪੁਲਿਸ ਪ੍ਰੋਐਕਟਿਵਲੀ ਉਹਦੇ ਤੇ ਕੰਮ ਕਰ ਰਹੀ ਹੈ। ਤੀਸਰੀ ਗੱਲ ਇਹਨਾਂ ਨੇ ਕਹੀ ਕਿ ਸੀਐਮ ਸਾਹਿਬ ਬਾਰਡਰ ਦੇ ਜ਼ਿਲ੍ਹਿਆਂ 'ਚ ਹਜੇ ਤੱਕ ਗਏ ਨਹੀਂ। ਸਰ ਪਰਸੋਂ ਸੀਐਮ ਸਾਹਿਬ ਅੰਮ੍ਰਿਤਸਰ ਸੀਗੇ, ਉਸ ਤੋਂ ਪਿਛਲੇ ਹਫ਼ਤੇ ਫਿਰੋਜ਼ਪੁਰ ਸੀ, ਤੇ ਨਿਊਮਰਸ ਗੇੜੇ ਲੱਗੇ ਆ। ਤਾਂ ਜਿਹੜੇ ਅੱਜ ਕੱਲ ਤੁਹਾਡੇ ਪੁਰਾਣੇ ਸੀਐਮ ਅੱਜ ਕੱਲ ਭਾਜਪਾ 'ਚ ਨੇ, ਪੌਣੇ 5 ਸਾਲ ਉਹਨਾਂ ਨੇ ਸਰਕਾਰ ਚਲਾਈ ਸੀ, 4 ਹਫ਼ਤੇ ਨਸ਼ੇ ਦਾ ਕਹਿ ਕੇ, ਤੇ ਉਸ ਤੋਂ ਬਾਅਦ 5 ਸਾਲ ਉਹਨਾਂ ਨੇ, ਪੌਣੇ 5 ਸਾਲ ਸਿਸੂ ਫਾਰਮ 'ਚ ਸੌਂ ਕੇ ਗੁਜ਼ਾਰਤੇ। ਇਹ ਉਦਾਂ ਦੀ ਸਰਕਾਰ ਨਹੀਂ। ਪਰਸੋਂ ਅੰਮ੍ਰਿਤਸਰ ਸਟੇਜ ਦੇ ਉੱਤੇ ਮੈਂ ਮਾਨ ਸਾਹਿਬ ਦੇ ਨਾਲ ਸੀਗਾ, ਉੱਥੇ ਸਕੂਲ ਆਫ ਐਮਨੈਂਸ ਦਾ ਉਦਘਾਟਨ ਕੀਤਾ। ਉੱਥੇ ਵੀ ਮਾਨ ਸਾਹਿਬ ਨੇ ਇਹੀ ਹੋਕਾ ਦਿੱਤਾ ਕਿ ਪੰਜਾਬ ਦੀ ਜਵਾਨੀ ਨੂੰ ਮੈਂ ਰੁਲਣ ਨਹੀਂ ਦਊਂਗਾ। 5 ਸਾਲ ਸਾਡੇ ਕੋਲੇ ਪੈਨ ਆਇਆ ਹਰਾ, ਕਿ ਪੰਜਾਬ ਦੇ ਹਿੱਤ 'ਚ, ਪੰਜਾਬ ਦੇ ਨੌਜਵਾਨੀ ਦੇ ਹਿੱਤ 'ਚ ਵਰਤਿਆ ਜਾਊਗਾ। ਨੌਕਰੀਆਂ ਦੇ ਰਹੇ ਆ। ਅੱਜ ਲੁਧਿਆਣੇ ਸੀਗੇ, ਅੱਜ ਵੀ ਮੈਂ ਸਟੇਜ ਤੇ ਉਹਨਾਂ ਦੇ ਨਾਲ ਸੀਗਾ, ਅੱਜ ਵੀ ਉਹਨਾਂ ਨੇ ਇਹੀ ਗੱਲ ਆਖੀ ਹੈ ਕਿ ਕਰਪਸ਼ਨ, ਨਸ਼ਾ, ਇਹਨਾਂ ਨੂੰ ਜੜ ਤੋਂ ਵੱਢਣਾ ਮੇਰੇ ਵੱਡੇ ਏਜੰਡੇ ਆ ਪੰਜਾਬ ਦੇ ਵਿੱਚ। ਸੋ ਸਿਰਫ ਤੇ ਸਿਰਫ ਆਪਾਂ ਐਵੇਂ ਰਾਜਨੀਤੀ ਕਰਨ ਲਈ ਇਹੋ ਜਿਹੇ ਸਵਾਲ ਕਰਨੇ ਕਿ ਫਲਾਣੇ ਨੇ ਮਾਫੀ ਮੰਗ ਲਈ ਸੀ, ਫਲਾਣੇ ਨੇ ਨਹੀਂ ਮੰਗ ਲਈ ਸੀ। ਤੁਸੀਂ ਕਾਈਂਡਲੀ ਆਪਣੀ ਪਰਫਾਰਮੈਂਸ ਦੱਸੋ ਕਿ ਤੁਸੀਂ ਉਸ ਟਾਈਮ ਕੀ ਕੀਤਾ ਸੀ ਜਦੋਂ ਤੁਹਾਡੇ ਕੋਲ ਸਰਕਾਰ ਸੀ। ਅਸੀਂ ਤਾਂ ਦੱਸ ਰਹੇ ਹਾਂ, ਅਸੀਂ 5 ਸਾਲ ਪੂਰੇ ਹੋਣ ਤੇ ਵੀ ਦੱਸਾਂਗੇ, ਕੋਈ ਡਾਊਟ ਨਹੀਂ, ਠੀਕ ਹੈ। ਤੁਸੀਂ ਇਹ ਕਾਰਨ ਦੱਸੋ ਵੀ ਤੁਹਾਡੀ ਹਾਈ ਕਮਾਂਡ ਨੂੰ ਕਿਉਂ ਇੱਕ ਸਿਟਿੰਗ ਸੀਐਮ ਬਦਲਣਾ ਪੈ ਗਿਆ ਸੀ, ਜਿੱਤੇ ਤੁਸੀਂ ਬਹੁਤ ਮਾਣ ਕਰਦੇ ਸੀ।
ਇੰਨਾ ਹੀ ਡਿਬੇਟ ਤੇ ਤੁਸੀਂ ਬੈਠ ਕੇ ਕਹਿੰਦੇ ਸੀ ਸਾਡਾ ਪੰਜਾਬ ਦਾ ਰਾਜਾ ਕੈਪਟਨ, ਬਾਅਦ ਚ ਤੁਸੀਂ ਅਗਲੇ ਹੀ ਦਿਨ ਜਿੱਦਾਂ ਉਹਨਾਂ ਨੂੰ ਬਦਲਿਆ ਗਿਆ ਚੰਨੀ ਸਾਹਿਬ ਨੂੰ ਸਹੁੰ ਚੁਕਾ ਲਈ, ਉਦੋਂ ਹੀ ਤੁਸੀਂ ਸਾਰੀ ਕਾਂਗਰਸ ਨੂੰ ਵਿਲਨ ਬਣਾ ਲਿਆ। ਤੋ ਜਿਹੜੀ ਹਿਪੋਕ੍ਰਾਈਟ ਪੋਲਿਟਿਕਸ ਥੋੜੀ ਆ ਨਾ ਸਰ, ਪਹਿਲਾਂ ਤੁਸੀਂ ਆਪਣੇ ਜਿਹੜਾ ਮੰਜੇ ਥੱਲੇ ਝਾੜੂ ਫਿਰੋ, ਤੁਹਾਡੀ ਹਾਈ ਕਮਾਂਡ ਨੇ ਕਿਉਂ ਬਦਲਿਆ ਸੀਗਾ ਕੈਪਟਨ ਸਾਹਿਬ ਨੂੰ, ਕਾਈਂਡਲੀ ਉਹ ਵੀ ਦੱਸੋ। ਤੁਹਾਡਾ 5 ਸਾਲ ਆ ਗਿਆ। ਪਰਮਜੀਤ ਜੀ ਆ ਗਈ ਤੁਹਾਡੀ ਗੱਲ। 2 ਲਾਈਨਾਂ ਸਿੱਧੂ ਸਾਹਿਬ, 2 ਲਾਈਨਾਂ ਜਵਾਬ ਦੇ ਦਾਂ, 2 ਲਾਈਨਾਂ ਜਵਾਬ ਦੇ। ਖੜਿਆਲ ਸਾਹਿਬ ਮੇਰੀ ਇਹ ਬੇਨਤੀ ਹੈ ਕਿ ਬਾਕੀ ਮਹਿਮਾਨਾਂ ਤੋਂ ਸਵਾਲ ਲੈਣੇ, ਗੱਲ ਜ਼ਰੂਰ ਕਰਿਓ ਕਿਉਂਕਿ ਗੱਲ ਹੋਈ ਹੈ, ਸੰਖੇਪ ਤੇ ਰੱਖੀ ਆਪਾਂ ਫੇਰ ਆਵਾਂਗਾ ਮੈਂ। ਬਿਲਕੁਲ ਬਿਲਕੁਲ। ਸੋ ਮੈਂ ਇਹ ਗੱਲ ਕਹੂੰਗਾ, ਇੱਕ ਤਾਂ ਇਹਨਾਂ ਨੇ ਕਿਹਾ ਵੀ ਕੈਪਟਨ ਸਾਹਿਬ ਨੂੰ ਉਤਾਰਿਆ ਕਿਉਂ ਗਿਆ। ਉਹਨਾਂ ਨੂੰ ਉਤਾਰਨਾ ਸਾਡੀ ਅਕਾਊਂਟੇਬਿਲਿਟੀ ਫਿਕਸ ਕਰਨਾ ਸੀ, ਵੀ ਸੀਐਮ ਨਹੀਂ ਪਰਫਾਰਮ ਕਰ ਸਕਿਆ, ਉਤਾਰਤਾ, ਅਕਾਊਂਟੇਬਿਲਿਟੀ ਫਿਕਸ ਕਰਤੀ, ਤੁਸੀਂ ਕਦੋਂ ਕਰੋਗੇ। ਦੂਜੀ ਗੱਲ ਕਹਿੰਦੇ ਸੀਐਮ ਭਗਵੰਤ ਮਾਨ ਸਾਹਿਬ ਅੰਮ੍ਰਿਤਸਰ ਵੀ ਜਾ ਕੇ ਆਏ ਹੈ, ਹੋਰ ਬਾਰਡਰ ਜ਼ਿਲ੍ਹਿਆਂ 'ਚ ਵੀ ਗਏ ਹੈ, ਲੇਕਿਨ ਜਾਇਜ਼ਾ ਲੈ ਕੇ ਐਕਸ਼ਨ। ਇੱਕ ਮਿੰਟ ਸਿੱਧੂ ਸਾਹਿਬ ਵਿੱਚ ਕਾਈਂਡਲੀ ਇੰਟਰਪਟ ਕਰੋ। ਜਾਇਜ਼ਾ ਲੈ ਕੇ ਸੀਐਮ ਭਗਵੰਤ ਮਾਨ ਸਾਹਿਬ ਨੇ ਡਰੱਗ ਦੇ ਮੁਤਲਕ ਐਕਸ਼ਨ ਨਹੀਂ ਕੋਈ ਆਰਡਰ ਕੀਤਾ, ਬਾਰਡਰ ਜ਼ਿਲ੍ਹੇ 'ਚ ਹੋਣ ਦੇ ਬਾਵਜੂਦ। ਇਸ ਤੋਂ ਹੋਰ ਵੀ ਵੱਡਾ ਫੇਲਿਅਰ ਚੱਲਦਾ ਹੈ। ਫਿਰ ਕਹਿੰਦੇ ਜੀ ਰਿਕਵਰੀਆਂ ਹੋ ਰਹੀਆਂ ਹੈ, ਸਵਾਲ 'ਚ ਜਵਾਬ ਹੈ ਰਿਕਵਰੀਆਂ ਹੋਣ ਦੇ ਬਾਵਜੂਦ ਵੀ ਨਾ ਤਾਂ ਨਸ਼ਾ ਰੁਕ ਰਿਹਾ, ਨਾ ਤਸਕਰ ਰੁਕ ਰਹੇ ਹੈ, ਨਾ ਨਸ਼ਾ ਕਰਨ ਵਾਲੇ ਰੁਕ ਰਹੇ ਹੈ। ਤੇ ਫੇਲਿਅਰ ਤੁਹਾਡੀ ਸਰਕਾਰ ਦਾ ਹੈ, ਜੋ ਅੱਜ ਟਾਈਟ ਸਿਕਿਉਰਿਟੀ ਵਾਲੀ ਜੇਲ੍ਹਾਂ ਦੇ ਵਿੱਚੋਂ ਵੀ ਵਾਇਰਲ ਵੀਡੀਓ ਦੇਖਣ ਨੂੰ ਮਿਲਦੀਆਂ ਹੈ। ਸ਼ਰੇਆਮ ਖੁੱਲੇਆਮ ਚਿੱਟਾ ਪੀ ਰਹੇ ਲੋਕ, ਹੈਰੋਇਨ ਪੀ ਰਹੇ ਜੇਲ੍ਹਾਂ ਦੇ ਵਿੱਚ ਬਹਿ ਕੇ, ਤੇ ਸਿੱਧੂ ਸਾਹਿਬ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੱਸੇ ਕੀ ਐਕਸ਼ਨ ਲਿਆ। ਥੈਂਕ ਯੂ ਸਰਕਾਰ ਨੂੰ। ਪਰਮਜੀਤ ਜੀ ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣਾ, ਤੁਸੀਂ ਸ਼ਾਇਦ ਤੁਹਾਨੂੰ ਵੀ ਸੌਖਾ ਰਹੇਗਾ ਜਵਾਬ ਇਕੱਠੇ ਦੇਣਾ ਜਿਹੜਾ ਹੈਗਾ, ਬਾਕੀ ਆਪਣੀ ਗੱਲ ਫਿਰ ਕਰ ਸਕਦੇ ਹੋ। ਬਲਟੂਆ ਜੀ ਮੇਰੀ ਬਾਤ ਸੁਣ। ਸਿੱਧੂ ਸਾਹਿਬ ਇੱਕ ਸੈਕਿੰਡ, ਇਹ ਕਹਿੰਦੇ ਕਾਂਗਰਸ ਨੇ ਕੀ ਕੀਤਾ, 77000 ਕੇਸ ਰਜਿਸਟਰ ਕੀਤੇ ਨਸ਼ਾ ਦੇ ਖਿਲਾਫ, ਮਾਰੋ ਫੜ ਕੇ ਭਗੌੜੇ। ਬਲਟੂਆ ਜੀ ਮਾਰਨਾ ਇੱਕ ਸੈਕਿੰਡ ਰੁਕਿਓ, ਮਾਰਨਾ ਹੈ ਸਿੱਧੂ ਸਾਹਿਬ। ਜੀ ਬਲਟੂਆ ਸਾਹਿਬ ਤੁਹਾਡੇ ਵੱਲ ਸਵਾਲ। ਬਲਟੂਆ ਸਾਹਿਬ ਜਿਸ ਮੁੱਦੇ ਤੇ ਗੱਲ ਕੀਤੀ ਜਾ ਰਹੀ ਹੈ, ਦੇਖੋ ਪੰਜਾਬ 'ਚ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਆਪਣੇ ਤੌਰ ਤੇ, ਕਾਫੀ ਵੱਡੀ ਗਿਣਤੀ 'ਚ ਕਸਬਿਆਂ 'ਚ ਸ਼ਹਿਰਾਂ 'ਚ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ। ਦੂਜੇ ਪਾਸੇ ਸਰਕਾਰ ਦਾ ਦਾਅਵਾ ਹੈ, ਤੁਸੀਂ ਸੁਣਿਆ ਵੀ ਹੈ, ਉਹ ਕਹਿੰਦੇ ਕਿ ਨਸ਼ੇ ਦਾ ਜਿਹੜਾ ਕੋੜ ਹੈ ਜੜ ਤੋਂ ਵੱਢਣਾ ਤਹਈਆ ਕੀਤਾ ਵਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ। ਦੇਖੋ ਸਿੱਧੂ ਸਾਹਿਬ ਮੇਰੀ ਬੇਨਤੀ ਹੈ, 25 ਮਿੰਟ ਹੋ ਗਏ ਹੈ ਤੇ 25 ਮਿੰਟਾਂ ਬਾਅਦ ਮੇਰੀ ਵਾਰੀ ਹੈ। ਮਿਹਰਬਾਨੀ ਤੁਸੀਂ ਗੱਲ ਆਪਣੀ ਪੂਰੀ ਕਰਿਓ। ਹਾਂਜੀ ਕਿਰਪਾ ਕਰਕੇ ਮੈਨੂੰ ਟਾਈਮ ਦੇ ਦਿਓ। ਬਿਲਕੁਲ ਬੋਲੋ ਤੁਸੀਂ। ਬੇਨਤੀ ਇੰਨੀ ਹੈ ਕਿ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ, ਚਾਹੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿੰਨੀ ਜਲਦੀ ਹੋ ਸਕੇ ਕਿ ਨਸ਼ਾ ਬੰਦ ਹੋ ਸਕਦਾ ਆ, ਅਸੀਂ ਇਹਨਾਂ ਦੀ ਸਿਫਤ ਵੀ ਕਰਾਂਗੇ ਤੇ ਇਹਨਾਂ ਦਾ ਧੰਨਵਾਦ ਵੀ ਕਰਾਂਗੇ। ਪਰ ਮੋਟੀ ਜੀ ਗੱਲ ਹੈ ਕਿ 1.5 ਸਾਲ ਤੋਂ ਉੱਪਰ ਹੋ ਗਿਆ ਤੇ ਦਿਨ ਬ ਦਿਨ ਨਸ਼ਾ ਵੱਧ ਰਿਹਾ ਹੈ। ਕੋਈ ਇਸ ਗੱਲ ਦਾ ਇਨਕਾਰੀ ਨਹੀਂ ਹੋ ਸਕਦਾ। ਨਿੱਤ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ, ਜਿਨ੍ਹਾਂ ਦੇ ਉੱਤੇ ਮਾਵਾਂ ਭੈਣਾਂ ਤੇ ਘਰ ਦੀਆਂ ਜਿਹੜੀਆਂ ਨੇ ਧਾਹਾਂ ਮਾਰਦੀਆਂ ਨੇ ਤੇ ਬਾਹਾਂ 'ਚ ਸਰਿੰਜਾਂ ਲੱਗੀਆਂ ਨੇ। ਅੱਜ ਦਾ ਅਖਬਾਰਾਂ ਅਖਬੂਰਾਂ 'ਚ ਜਾਂ ਤੁਹਾਡੇ ਤੱਕ ਆਉਂਦਾ ਨਾ, ਇਹ ਬਹੁਤ ਘੱਟ ਆਉਂਦਾ ਆ। ਕਿਤੇ ਮਤਲਬ ਕਹਿ ਲਈਏ ਕਿ 10 ਦੇ ਵਿੱਚੋਂ 1 ਅੱਧਾ। ਹੁਣ ਮੇਰੀ ਬੇਨਤੀ ਇੰਨੀ ਕਾ ਕਿ ਨਸ਼ਾ ਬਹੁਤ ਵੱਡੀ ਸਮੱਸਿਆ ਹੈ। ਹੈਲੋ ਹਾਂਜੀ ਆਵਾਜ਼ ਆ ਰਹੀ? ਬਿਲਕੁਲ ਆ ਰਹੀ ਹੈ ਜੀ, ਆ ਰਹੀ ਆਵਾਜ਼। ਨਸ਼ਾ ਬਹੁਤ ਵੱਡੀ ਸਮੱਸਿਆ ਆ, ਗੰਭੀਰ ਸਮੱਸਿਆ ਆ, ਸਮਾਜ ਦੀ ਸਮੱਸਿਆ ਆ, ਸਾਡੇ ਬੱਚਿਆਂ ਦੀ ਸਮੱਸਿਆ ਹੈ ਜੀ। ਪਰ ਇਹਦੇ ਉੱਤੇ ਜਿਹੜੀ ਗੰਦੀ ਸਿਆਸਤ ਕੀਤੀ ਗਈ ਹੈ ਨਾ, ਉਹ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀ। ਔਰ ਜਿਸ ਕਦਰ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ, ਤੇ ਅੱਜ ਵੀ ਕਈ ਦਾਅਵਾ ਕਰਦੇ ਆ ਕਿ ਤੁਸੀਂ ਲੈ ਕੇ ਆਏ ਸੀ ਜੀ। ਮੈਂ ਹੁਣ ਨਾ ਤੁਹਾਡੇ ਸਾਹਮਣੇ ਇਹ ਕੁਛ ਲੱਗਾ ਆ ਤੱਥ ਰੱਖਣ ਕਿ 13 ਜੂਨ 2002 ਨੂੰ ਕੈਪਟਨ ਸਾਹਿਬ ਦੀ ਸਰਕਾਰ ਸੀ ਤੇ ਵਿਧਾਨ ਸਭਾ 'ਚ MLA ਕਵਲਜੀਤ ਸਿੰਘ ਹੋਰਾਂ ਨੇ ਇੱਕ ਮਤਾ ਲਿਆਂਦਾ ਸੀ ਜੀ। ਮਤਾ ਕੀ ਸੀ? ਰੈਜੂਲੇਸ਼ਨ ਰਿਗਾਰਡਿੰਗ ਰੈਕਮੈਂਡੇਸ਼ਨ to the state government to take effective steps to prevent the abuse of drug amongst Punjabis, particularly the youth। ਇਹ ਹੈਗੀ ਹੈ 13 ਜੂਨ ਦੀ। ਹਾਂਜੀ, ਜਿੱਥੇ ਚਿੰਤਾ ਪ੍ਰਗਟਾਈ ਗਈ ਵਿਧਾਨ ਸਭਾ ਦੇ ਵਿੱਚ ਕਿ ਜਿਹੜਾ ਨਸ਼ਾ ਵੱਧ ਰਿਹਾ ਆ, ਇਹਦੇ ਬਾਰੇ ਜਿਹੜੀ ਸਰਕਾਰ ਹੈ ਚੰਗੇ ਕਦਮ ਚੁੱਕੇ, ਖਾਸ ਕਰਕੇ ਪੰਜਾਬੀਆਂ 'ਚ ਤੇ ਉਸ ਤੋਂ ਅੱਗੇ ਯੂਥ 'ਚ। ਜੀ ਅੱਗੇ ਆ ਜਾਓ।
TPS ਗਿੱਲ ਤੁਹਾਡੇ ਸਾਥੀ ਰਹੇ ਆ, ਉਹਨਾਂ ਦੀ ਖਬਰ ਹੈ 26 ਜੁਲਾਈ 2004 ਦੀ। ਕੀ ਲਿਖਦੇ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਅਮਰਿੰਦਰ ਮੀਟਸ MLA ਮਿਨਿਸਟਰਸ ਐਕਸ਼ਨ ਪਲਾਨ ਔਨ ਡਰੱਗ ਅਬਿਊਜ਼ ਟੂ ਬੀ ਪਰਸੂਡ। ਇਸ ਤੋਂ ਅੱਗੇ ਆ ਜਾਓ, 2005-6 ਦੇ ਵਿੱਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਉਹ ਇੱਕ ਜਿਹੜਾ ਐਕਸ਼ਨ ਪਲਾਨ ਜਿਹੜਾ ਆ ਨਸ਼ੇ ਨੂੰ ਰੋਕਣ ਵਾਸਤੇ ਉਹ ਉਲੀਕਦੀ ਹੈ, ਇੱਕ ਡਰਾਈਵ ਜਿਹੜੀ ਹੈ। ਇਹ ਹੁਣ ਨਸ਼ਾ ਕਦੋਂ ਦਾ ਆ, ਇਹ ਮੈਂ ਤੁਹਾਨੂੰ ਮੋਟਾ ਜਿਹਾ ਦੱਸਿਆ। ਇਸ ਤੋਂ ਇਲਾਵਾ ਵੀ ਪੁਰਾਣੇ ਤੱਥ ਵੀ ਹੈਗੇ। ਬਿਲਕੁਲ ਜਦ ਬਿਲਕੁਲ ਸਹੀ ਕਹਿ ਰਹੇ ਹੋ, ਲੰਬੀ ਗੱਲ ਹੋ ਜਾਏਗੀ। ਫੈਕਟਸ ਦੱਸੇ ਨਹੀਂ, ਇੱਕ ਮਿੰਟ ਮੇਰੀ ਗੱਲ ਸੁਣੋ ਜੀ। ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ 4 ਹਫ਼ਤੇ 'ਚ ਬੰਦ ਕਰਨ ਦਾ ਉਹ ਜਲੂਸ ਕੱਢ ਗਏ। ਕੇਜਰੀਵਾਲ ਜੀ ਨੇ ਹਿੱਕ ਥਾਪੜ ਕੇ नेशनल चैनल पे किया कि गारंटी देता हूं 3 महीने में बंद होगा। हाँ जी, बंद हो गया। और भगवंत मान होरां दा सीगा कि पहली कैबिनेट की मीटिंग दे विच तरसली मचा देंगे, नशा बंद करा देंगे जी। ते रोज किया जाता है, कल भी किया गया है, कल परसों इत्थे जिहड़ी रैली हुई सी ਉਹਦੇ 'ਚ किया गया सीगा। इस तो इलावा भी जिथे जाते भगवंत मान होरे जी नशा बंद कर देंगे। ਹੁਣ ਵਿਸ਼ਵਾਸ ਕਿਤੇ ਕਰੀਏ, ਬਰਨਾਲੇ ਰੈਲੀ ਹੋਈ ਸੀ ਨਾ ਇੱਕ, ਜਿੱਥੇ ਭਗਵੰਤ ਮਾਨ ਹੋਰਾਂ ਨੇ ਮਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ ਸਹੁੰ ਖਾਧੀ ਸੀ ਨਾ। ਤੇ ਬੜੀ ਵੱਡੀ ਪ੍ਰਾਪਤੀ ਕੇਜਰੀਵਾਲ ਹੋਰਾਂ ਕਿਹਾ ਸੀ, ਏਡਾ ਵੱਡਾ ਬਲੀਦਾਨ, इतना बड़ा त्याग भगवंत मान होरा ने आज से शराब पीने माँ की सुगंध खाकर ऐलान कर दिया है। ਹੁਣ ਜਿਹੜੇ ਮਾਂ ਦੀ ਸਹੁੰ ਖਾ ਕੇ ਤੇ ਜਿੱਤੇ ਅਸਰ ਨਹੀਂ ਉੱਤੇ ਪੰਜਾਬ ਵਿਸ਼ਵਾਸ ਕਰ ਲੈ, ਜਿੱਤੇ ਵਿਸ਼ਵਾਸ ਕਰ ਲੈ। ਤੁਸੀਂ ਦੱਸ ਦਿਓ, ਆ ਚਗਾਵਾ ਆ ਸਾਡੇ ਨੇੜੇ ਅੰਮ੍ਰਿਤਸਰ ਦੇ, ਉੱਥੇ ਲਾਈਨਾਂ ਲੱਗੀਆਂ ਗਲੀ 'ਚ, ਐ ਵੇਚਣ ਵਾਲੇ ਤੇ ਖਰੀਦਣ ਵਾਲੇ ਬੈਠੇ ਆ ਜਿਵੇਂ ਕਣਕ ਵੰਡਣ ਵਾਲੇ ਆਏ ਹੁੰਦੇ ਆ। ਨਿੱਤ ਕੁੜੀਆਂ ਜਿਹੜੀਆਂ ਨੇ ਸੜਕਾਂ ਦੇ ਉੱਤੇ ਝੂਮਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਤੁਸੀਂ ਕਿਤੇ ਨਸ਼ਾ ਇਸ ਤਰ੍ਹਾਂ ਖਤਮ ਹੁੰਦਾ? ਗੰਦੀ ਸਿਆਸਤ ਕੀਤੀ ਆ, ਲੋਕ ਹੁਣ ਉੱਠੇ ਨੇ, ਤੁਸਾਂ ਤੇ ਝੋਟਾ ਉੱਠਿਆ, ਕੋਈ ਗੁਨਾਹ ਨਹੀਂ ਕੀਤਾ ਤੇ ਤੁਸੀਂ ਕੁੜੀ ਨੂੰ ਛੇੜਨ ਦਾ ਬਣਾ ਕੇ ਪਰਚਾ ਦੇ ਕੇ ਉਹਨੂੰ ਮਾਨਸਾ ਜੇਲ੍ਹ 'ਚ ਬੰਦ ਕਰਤਾ। ਕੋਈ ਨਾ ਕੁੜੀ ਨੂੰ ਛੇੜਿਆ ਸੀ, ਆਪਾਂ ਕਿਹਨੇ ਛੇੜਿਆ ਸੀਗਾ? ਜੀ ਬਿਲਟੂਆ ਜੀ, ਥੈਂਕ ਯੂ ਵੈਰੀ ਮਚ। ਹਾਂਜੀ, ਸਾਡੇ ਨਾਲ ਮੋਹਨ ਸ਼ਰਮਾ ਜੀ। ਮੋਹਨ ਸ਼ਰਮਾ ਜੀ, ਇਸੇ ਮਾਮਲੇ ਤੇ ਜਿੱਦਾਂ ਮੈਂ ਤੁਹਾਡਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਦਹਾਕਿਆਂ ਤੋਂ ਲੜ ਰਹੇ ਹੋ ਨਸ਼ੇ ਦੇ ਖਿਲਾਫ, ਜੋ ਇਸ ਵੇਲੇ ਮੌਜੂਦਾ ਪੰਜਾਬ ਦੀ ਸਥਿਤੀ ਹੈ, ਹਾਕਮ ਧਿਰ ਦਾ ਆਪਣਾ ਦਾਅਵਾ, ਵਿਰੋਧੀ ਧਿਰਾਂ ਦੇ ਵਿਊ ਪੁਆਇੰਟ ਵੀ ਸੁਣਿਆ। ਮੈਂ ਸਮਾਂ ਨਹੀਂ ਲਵਾਂਗਾ ਤੁਹਾਡਾ, ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਸਿੱਧੂ ਸਾਹਿਬ, ਪਹਿਲਾਂ ਤੇ ਇਹ ਅਹਿਮ ਵਿਸ਼ਾ ਜਿਹਦੇ ਨਾਲ ਸਾਡਾ ਪੰਜਾਬ ਦਾ ਭਵਿੱਖ ਦਾਅ ਤੇ ਲੱਗਿਆ ਹੈ ਜੀ, ਉਸ ਵਿਸ਼ੇ ਤੇ ਤੁਸੀਂ ਵਿਚਾਰ ਚਰਚਾ ਕਰ ਰਹੇ ਹੋ, ਤੁਸੀਂ ਧੰਨਵਾਦ ਦੇ ਪਾਤਰ ਹੋ। 5 ਦਿਨ ਪਹਿਲਾਂ ਮੈਂ ਅੱਖੀਂ ਦੇਖੀ ਸੀਨ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਰੱਖ ਰਿਹਾ। 5 ਦਿਨ ਪਹਿਲਾਂ ਮੈਨੂੰ ਪੂਲਾ ਪਿੰਡ 'ਚ ਜਿਹੜੀ ਨਸ਼ਾ ਰੋਕੂ ਕਮੇਟੀ ਹੈ ਜਾਂ ਉੱਥੇ ਦੇ ਪੀੜਤ ਲੋਕ ਨੇ, ਉਹਨਾਂ ਦੇ ਸੱਦੇ ਤੇ ਮੈਂ ਉੱਥੇ ਗਿਆ ਸਾਂ ਪੂਲਾ ਪਿੰਡ 'ਚ, ਤੇ ਜਿਹੜੀ ਮੈਂ ਤੁਹਾਨੂੰ ਸਾਹਮਣੇ ਸੀਨ ਰੱਖ ਰਿਹਾ ਵੀ ਉੱਥੇ ਦੀਆਂ ਜਿਹੜੀਆਂ ਪੀੜਤ ਔਰਤਾਂ ਨੇ, ਉਹਨਾਂ ਨੇ ਝੋਲੀ ਅੱਡ ਕੇ ਜਿਹੜੀ ਸਰਕਾਰ ਨੂੰ ਫਰਿਆਦ ਕੀਤੀ ਸੀ, ਉਹ ਫਰਿਆਦ ਇਹ ਸੀ ਜਿਹੜੀ ਖੁੱਲ੍ਹੇ ਤੌਰ ਤੇ ਔਰਤਾਂ ਨੇ ਗੱਲ ਕੀਤੀ ਵੀ ਸਾਨੂੰ ਜਿਹੜੀ ਇਲੈਕਸ਼ਨਾਂ ਦੇ ਸਮੇਂ 'ਚ ਤੁਸੀਂ 1000 ਰੁਪਇਆ ਦਾ ਵਾਅਦਾ ਕੀਤਾ ਹੈ ਕਿ ਹਰੇਕ ਔਰਤ ਨੂੰ ਦਿੱਤਾ ਜਾਏਗਾ, ਉਹ ਸਾਨੂੰ ਨਹੀਂ ਚਾਹੀਦਾ, ਉਹ ਸਾਨੂੰ ਨਹੀਂ ਚਾਹੀਦਾ, ਉਹ ਰੱਖ ਲਓ ਆਪਣੇ ਕੋਲੇ। ਦੂਜਾ, ਜਿਹੜੀ ਸਾਡੀ ਮੁਫਤ ਬੱਸ ਪਾਸ ਸਰਵਿਸ ਸਾਨੂੰ ਸਹੂਲਤ ਦਿੱਤੀ ਹੈ, ਉਹ ਵੀ ਵਾਪਸ ਲੈ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਅਸੀਂ ਦੋਨੋਂ ਸਹੂਲਤਾਂ ਨਹੀਂ ਲੈਣੀਆਂ, ਪਰ ਸਾਨੂੰ ਸਾਡੇ ਪੁੱਤ ਬਚਾ ਦਿਓ। ਜਿਹੜੀ ਉਹਨਾਂ ਨੇ ਦਿਖਾਈ ਦਿੱਤੀ ਹੈ, ਮੈਂ ਉਹ ਤਸਵੀਰ ਤੁਹਾਡੇ ਸਾਹਮਣੇ ਰੱਖੀ ਹੈ, ਜਿਹੜੀ ਜਿਉਂਦੀ ਜਾਗਦੀ ਪਿੰਡ ਦੀ ਇੱਕ ਉਦਾਹਰਨ, ਉਹ ਪਿੰਡ ਦੀ ਨਹੀਂ ਹੈ, ਉਹ ਪੰਜਾਬ ਦੀ ਉਦਾਹਰਨ ਹੈ। ਦੂਜੀ ਗੱਲ ਜਿਹੜੀ ਮੈਂ ਉੱਥੋਂ ਦਾ ਸੀਨ ਦੇਖਿਆ, ਮੈਂ ਆਪ ਭਾਵੁਕ ਹੋ ਗਿਆ ਸਾਂ। ਜਿਹੜੀ ਨਾਕੇ ਤੇ ਬੰਦੇ ਲਾਏ ਹੋਏ ਨੇ, ਉਹਨਾਂ ਨੇ ਜਿਹੜੀ ਗੱਲ ਦੱਸੀ ਵੀ ਅਸੀਂ ਨਾਕੇ ਤੇ ਆ, ਤੇ ਉਸ ਵੇਲੇ ਸਾਡੇ ਲਾਗੇ ਦੀ ਇੱਕ ਕਾਰ ਲੱਗੀ ਤੇ ਸਾਨੂੰ ਦੇਖ ਕੇ ਕਾਰ ਹੈ ਜਿਹੜੀ ਉਹ ਰੁਕ ਗਈ ਉੱਥੇ, ਤੇ ਕਾਰ ਜਿਹੜੀ ਰੁਕੀ ਹੈ, ਉਹਨਾਂ ਨੇ ਦੱਸਤਾ ਵੀ ਅਸੀਂ, ਜਦੋਂ ਅਸੀਂ ਥੋੜੀ ਜਿਹੀ ਪੁੱਛਗਿੱਛ ਕੀਤੀ, ਉਹਨਾਂ ਨੇ ਕਿਹਾ ਵੀ ਗੁਆਂਢੀ ਪਿੰਡ ਦੇ ਅਸੀਂ ਰਹਿਣ ਵਾਲੇ ਹਾਂ, ਅਸੀਂ 2 ਉਹਨਾਂ ਚੋਂ ਕੈਨੇਡਾ ਤੋਂ, 1 ਆਸਟ੍ਰੇਲੀਆ ਤੋਂ ਆਇਆ ਹੋਇਆ ਸੀ, ਵੀ ਸਾਡੇ ਆਪਣੇ ਪਰਿਵਾਰ ਹੈ ਇੱਥੇ ਤੇ ਅਸੀਂ ਉਹਨਾਂ ਕੋਲ ਜਾ ਰਹੇ ਹਾਂ। ਧੰਨਵਾਦ ਕਰਕੇ ਉਹ ਚਲੇ ਗਏ ਨੇ। ਉਸ ਤੋਂ ਘੰਟੇ ਬਾਅਦ ਉਹ ਵਾਪਸ ਆਏ। ਵਾਪਸ ਆ ਕੇ ਉਹਨਾਂ ਕੋਲੇ ਕੀ ਹੈ, ਦੁੱਧ ਲੈ ਕੇ ਆਏ ਨੇ,
ਨਾਲ ਲੱਡੂ ਵਗੈਰਾ ਲੈ ਕੇ ਆਏ ਨੇ ਉਹਨਾਂ ਦੇ ਖਾਣ ਵਾਸਤੇ, ਤੇ ਨਾਲ ਅੱਖਾਂ ਭਰ ਕੇ ਕਹਿ ਰਹੇ ਨੇ ਵੀ ਇਹ ਅਸੀਂ ਤੁਹਾਨੂੰ ਸ਼ਾਬਾਸ਼ ਦੇਣ ਵਾਸਤੇ ਆਏ ਹਾਂ। ਅਸੀਂ ਉੱਥੇ ਆਸਟ੍ਰੇਲੀਆ 'ਚ ਬੈਠੇ ਹਾਂ, ਅਸੀਂ ਕੈਨੇਡਾ 'ਚ ਬੈਠੇ ਹਾਂ, ਉੱਥੇ ਪੀੜਤਾਂ ਜਿਹੜਾ ਸੇਕ ਸਾਡੇ ਪੰਜਾਬੀ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਪਹੁੰਚਿਆ ਹੋਇਆ। ਬਿਲਕੁਲ ਸਹੀ ਨਾਲ ਹੈ। ਉਹ ਫੰਡ ਦੇ ਕੇ ਗਏ ਨੇ। ਜਿਹੜੀ ਗੱਲ ਕਰਨ ਵਾਲੀ ਹੈ ਵੀ ਔਰਤਾਂ ਨੇ ਜਿਹੜੀਆਂ ਉਹ ਤਾਂ ਇਹ ਦਹਾਈਆਂ ਪਾਉਂਦੀਆਂ ਨੇ ਵੀ ਸਾਡੇ ਚੁੱਲ੍ਹੇ ਠੰਡੇ ਹੋ ਗਏ ਤੇ ਸਿਵਿਆਂ ਦੀ ਅੱਗ ਪ੍ਰਚੰਡ ਹੋ ਗਈ, ਪਹਿਲੀ ਗੱਲ। ਦੂਜੀ, ਜਿਹੜੇ NRI ਪੀੜਤ ਨੇ ਇਸ ਤਰੀਕੇ ਦੇ। ਤੀਜੀ, ਸਾਡੇ ਸਾਹਮਣੇ ਜਿਹੜੀ ਹੈਗੀ ਹੈ, ਜਿੱਦੇ ਮੈਂ ਗਿਆ ਸਾਂ ਉਹਦੇ ਸਰਾਣਾ ਪਿੰਡ ਦਾ ਨੌਜਵਾਨ ਮੁੰਡਾ ਜਿਹੜਾ ਉਹ ਇਸ ਪਹਿਰੇ ਦੀ ਭੇਂਟ ਚੜ ਗਿਆ, ਮੌਤ ਦਾ ਸ਼ਿਕਾਰ ਹੋਇਆ ਉਹ ਉੱਥੇ। ਹੁਣ ਸਾਡੇ ਕੋਲੇ ਪ੍ਰਸ਼ਨ ਇਹ ਸੀਗਾ ਵੀ ਚਾਹੇ ਉੱਥੇ ਸਰਾਣੇ ਪਿੰਡ 'ਚ ਹੋ ਗਿਆ, ਚਾਹੇ ਫਰੀਦਕੋਟ ਲਾਗੇ ਪਿੰਡ 'ਚ ਹੋ ਗਿਆ, ਦੋ ਸ਼ਹੀਦ ਮੰਨਾਂਗਾ ਮੈਂ ਉਹਨਾਂ ਨੂੰ। ਦੁਖਾਂਤ ਇਹ ਹੈ ਵੀ ਇੱਕ ਤਾਂ 127 ਜਿਹੜੇ ਸ਼ਹੀਦ ਹੋਏ ਨੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਵਾਸਤੇ, ਉਹਨਾਂ 'ਚੋਂ 87 ਸਾਡੇ ਪੰਜਾਬੀ ਸੀ, ਤੇ ਉਹ ਤਾਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਸੀ। ਤੇ ਉਦੋਂ ਕਿਹਾ ਗਿਆ ਸੀ ਕਿ ਹਮ ਲਾਏ हैं तूफान से किश्ती निकाल के इस देश को रखना मेरे बच्चों संभाल के। ਪਰ ਹੁਣ ਜਿਹੜੀ ਜਵਾਨੀ ਸ਼ਹੀਦ ਹੋ ਰਹੀ ਹੈ, ਹੁਣ ਜਿਹੜੇ ਸਾਡੇ ਜਵਾਨ ਮੁੰਡੇ ਸ਼ਹੀਦ ਹੋ ਰਹੇ ਨੇ, ਉਹ ਕਾਹਦੇ ਪਿੱਛੇ ਹੋ ਰਹੇ ਨੇ? ਅੰਦਰੋਂ ਕੰਬ ਉੱਠਦੇ ਹਾਂ ਅਸੀਂ ਆਪਣੀ ਜਵਾਨੀ ਨੂੰ ਬਚਾਉਣ ਵਾਸਤੇ, ਉਹ ਪੈਰਾਂ ਤੇ ਬੈਠੇ ਨੇ। ਇਹ ਕੰਮ ਉਹਨਾਂ ਦਾ ਵੀ, ਉਹ ਬਾਹਰੋਂ ਜਿਹੜੇ ਨਸ਼ਾ ਵੇਚਣ ਆਉਂਦੇ ਨੇ ਜਾਂ ਨਸ਼ਾ ਲੈਣ ਵਾਲੇ ਆਉਂਦੇ ਨੇ, ਉਹਨਾਂ ਨੂੰ ਰੱਖਿਆ ਉਹ ਕਰਨ। ਕੀ ਕੰਮ, ਜਿਹੜਾ ਕੰਮ ਸਰਕਾਰ ਦਾ ਹੈ ਉਹ ਲੋਕ ਕਰ ਰਹੇ ਨੇ। ਲੋਕ ਇਹ ਗੱਲ ਮੰਨਣੀ ਪਏਗੀ ਵੀ ਲੋਕ ਉੱਠੇ ਕਿਉਂ ਨੇ। ਜਿਹੜੇ ਸਾਡੇ ਸਾਹਮਣੇ ਪ੍ਰਸ਼ਨ ਹੈ ਇੱਕ ਵੀ ਇਹ ਸਭ ਕੁਝ 3 ਮਹੀਨਿਆਂ ਦੇ ਅੰਦਰ ਅੰਦਰ ਇਹ ਵਿਦਰੋਹੀ ਲਹਿਰ ਆ ਕਿਉਂ ਗਈ ਸਾਡੇ ਸਾਹਮਣੇ? ਜਦੋਂ ਇਹ ਸੱਚਾਈ ਮੰਨੋ ਤੁਸੀਂ ਵੀ ਲੋਕ ਨੇ ਜਿਹੜੇ ਅੱਕ ਗਏ। ਉੱਠਦੇ ਲੋਕ ਉਦੋਂ ਹੁੰਦੇ ਨੇ ਜਦੋਂ ਇਹ ਦੇਖਣ ਵੀ ਅਸੀਂ ਕਿੰਨਾ ਕੁ ਚਿਰ ਸਿਵਿਆਂ ਦੀ ਅੱਗ ਬਾਲੀ ਸਿਵਿਆਂ ਦਾ ਸੇਕ ਸੇਕੀ ਜਾਵਾਂਗੇ, ਕਿੰਨਾ ਕੁ ਚਿਰ ਅਸੀਂ ਸੱਥਾਂ ਤੇ ਬੈਠਾਂਗੇ, ਕਿੰਨਾ ਕੁ ਚਿਰ ਸਾਡੀ ਜਵਾਨੀ ਹੈ ਜਿਹੜੀ ਸਿਵਿਆਂ ਦੇ ਰਾਹ ਪਈ ਹੋ ਜਾਏਗੀ। ਉਦੋਂ ਬਾਅਦ ਇਹ ਉੱਠੇ ਨੇ। ਹੁਣ ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਜਿਹੜੀ ਗੰਭੀਰ ਹੋ ਕੇ ਸਾਨੂੰ ਸੋਚਣਾ ਪਏਗਾ। ਤਿੰਨ ਤਰ੍ਹਾਂ ਦੀਆਂ ਧਿਰਾਂ ਸਾਡੇ ਸਾਹਮਣੇ ਆਈਆਂ ਨੇ। ਸ਼ਰਮਾ ਜੀ, ਆਪਣਾ ਸੰਖੇਪ 'ਚ ਤੁਸੀਂ ਆਪਣਾ ਵਿਊ ਪੁਆਇੰਟ ਰੱਖਿਓ, ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਆਪਾਂ ਬਾਕੀ ਮਹਿਮਾਨਾਂ ਤੋਂ ਵੀ ਜਵਾਬ ਲਈਏ। ਜੀ ਸਿੱਧੂ ਸਾਹਿਬ, ਇੱਕ ਨਸ਼ਾ ਵੇਚਣ ਵਾਲੇ ਨੇ, ਇੱਕ ਨਸ਼ਾ ਕਰਨ ਵਾਲੇ ਨੇ, ਇੱਕ ਨਸ਼ਾ ਰੋਕਣ ਵਾਲੇ ਨੇ ਜਿਹੜੇ ਪਹਿਰੇਦਾਰੀ ਦੇ ਕਰਦੇ ਨੇ। ਹੁਣ ਜਦੋਂ ਮੈਂ ਪਹਿਰੇਦਾਰੀਆਂ ਨਾਲ ਮੈਂ ਸਭ ਕੁਝ ਸਾਹਮਣੇ ਦੇਖਣ ਤੋਂ ਬਾਅਦ ਗੱਲ ਕਰ ਰਿਹਾ, ਤੁਹਾਡੇ ਸਾਹਮਣੇ ਦੇ ਪੁਆਇੰਟ ਦੇ ਰਿਹਾ, ਉਹ ਦੋ ਗੱਲਾਂ ਜਿਹੜੀਆਂ ਸਾਹਮਣੇ ਉੱਥੇ ਆਈਆਂ। ਜਿਹੜੇ ਪਹਿਰੇ ਤੇ ਲੱਗੇ ਹੋਏ ਨੇ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਔਖਾ ਹੈ, ਉਹ ਕੋਈ ਇਹ ਨਹੀਂ ਹਨ ਵੀ ਸਾਡਾ ਕੰਮ ਇਹ ਲੋਕ ਕਰ ਰਹੇ ਨੇ। ਉਹ ਤਾਂ ਇਹ ਕਹਿੰਦੇ ਨੇ ਵੀ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਹੈ ਵੀ ਨਸ਼ਾ ਵੇਚਣ ਵਾਲੇ ਨੇ ਤਲਾਸ਼ੀਆਂ ਲਓ, ਇਹ ਤਾਂ ਕੰਮ ਸਾਡਾ ਹੈ। ਉਹ ਕਹਿ ਰਹੇ ਨੇ ਵੀ ਤੁਸੀਂ ਆਪਣਾ ਇਹ ਕੰਮ ਕਰਦੇ ਨਹੀਂ ਤਾਂ ਸਾਨੂੰ ਅਨਸਰਦੇ ਨੂੰ ਇਹ ਕਰਨਾ ਪਿਆ ਹੈ ਤੇ ਫਿਰ ਤੁਸੀਂ ਆ ਕੇ ਕਰੋ ਡਿਊਟੀਆਂ। ਪਹਿਲੀ ਗੱਲ ਤਾਂ ਉਹਨਾਂ ਦਾ ਇਹ ਹੁੰਦਾ। ਦੂਜਾ, ਜੇ ਤਲਾਸ਼ੀ ਲੈਣ ਤੋਂ ਬਾਅਦ ਉਹ ਪੁਲਿਸ ਵਾਲਿਆਂ ਨੂੰ ਸੁਨੇਹਾ ਦਿੰਦੇ ਨੇ ਵੀ ਬੰਦੇ ਫੜੇ ਹੋਏ ਨੇ ਆ ਕੇ ਲੈ ਜਾਓ, ਤਾਂ ਆਉਂਦਾ ਕੋਈ ਨਹੀਂ। ਤੀਜਾ, ਉਹਨਾਂ ਤੇ ਜਾਨ ਦਾ ਖਤਰਾ ਪਿਆ ਹੋਇਆ। ਲੋਕ ਤਾਂ ਇਸ ਵੇਲੇ ਨੱਕੋ ਨੱਕ ਭਰੇ ਹੋਏ ਨੇ। ਆਪਾਂ ਬਿਲਕੁਲ ਜਵਾਬ ਲੈ ਲਈਏ ਸ਼ਰਮਾ ਸਾਹਿਬ, ਬਿਲਕੁਲ ਇਸ ਮੁੱਦੇ ਤੇ। ਪਰਮਜੀਤ ਜੀ, ਇਸ ਮਾਮਲੇ ਤੇ ਦੇਖੋ ਸਵਾਲ ਵਿਰੋਧੀ ਧਿਰਾਂ ਵੱਲੋਂ ਉਠਾਉਣੇ ਸੁਭਾਵਿਕ ਹੈ। ਜਿੱਦਾਂ ਬਲਟੋਆ ਜੀ ਨੇ ਵੀ ਗੱਲ ਕੀਤੀ ਹੈ ਕਿ ਆਪਾਂ ਸੱਤਾ 'ਚ ਆਉਣ ਤੋਂ ਪਹਿਲਾਂ ਕਿਸ ਕਦਰ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ, ਉਹ ਵਾਅਦੇ ਦੀ ਪੂਰਤੀ ਨਹੀਂ ਹੋਈ ਹੈ। ਦੂਜੇ ਪਾਸੇ ਮੂਨ ਸ਼ਰਮਾ ਜੀ ਦਾ ਕਹਿਣਾ ਹੈ ਕਿ ਜੇ ਲੋਕ ਉੱਠਦੇ ਤਾਂ ਪੁਲਿਸ ਨੂੰ ਤਕਲੀਫ ਹੈ ਕਿ ਕਿਉਂ ਜਿਹੀਆਂ ਕਾਰਵਾਈਆਂ ਨੂੰ ਲੋਕ ਆਪਣੇ ਤੌਰ ਤੇ ਹੱਥ ਪਾ ਰਹੇ ਆ। ਵਿਰੋਧੀ ਧਿਰਾਂ ਦੇ ਸਵਾਲ ਆਪਣੀ ਜਗ੍ਹਾ ਤੇ ਵਾਜਬ ਹੈ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਅਸੀਂ ਅੱਜ ਸਰਕਾਰ ਚਲਾ ਰਹੇ ਹਾਂ, ਸੁਭਾਵਿਕ ਹੈ ਕਿ ਸਾਨੂੰ ਹੀ ਸਵਾਲ ਹੋਊਗਾ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪੋਜੀਸ਼ਨ ਦੀ ਕਿਸੇ ਵੀ ਧਿਰ ਵੱਲੋਂ ਜਾਂ ਕਿਸੇ ਵੀ ਆਮ ਸਾਥੀਆਂ ਵੱਲੋਂ ਕੋਈ ਸਵਾਲ ਪੁੱਛਿਆ ਗਿਆ, ਜਿੱਦਾਂ ਹੁਣੇ ਸ਼ਰਮਾ ਜੀ ਨੇ ਵੀ ਕੁਝ ਗੱਲਾਂ ਕੀਤੀਆਂ, ਉਹਨੂੰ ਜਵਾਬ ਦਈਏ। ਸਾਡੀ ਜ਼ਿੰਮੇਵਾਰੀ ਹੈ, ਤਾਂ ਕਦੇ ਵੀ ਨਹੀਂ ਅਸੀਂ ਭੱਜਾਂਗੇ। 2-3 ਗੱਲਾਂ ਕਹਿਣੀਆਂ ਚਾਹੁੰਦਾ। ਜਿਹੜੀ ਗੱਲ ਸ਼ਰਮਾ ਜੀ ਨੇ ਹੁਣੇ ਆਖੀ ਬਹੁਤ ਇੰਪੋਰਟੈਂਟ, ਮੈਂ ਆਪ ਕਹਿਣੀ ਚਾਹੁੰਦਾ ਸੀ ਪਰ ਉਹਨਾਂ ਨੇ ਕਹਿਤੀ ਤਾਂ ਮੈਨੂੰ ਖੁਸ਼ੀ ਹੈ। ਸ਼ਰਮਾ ਜੀ, ਤੁਸੀਂ ਗੱਲ ਕੀਤੀ ਸੀ ਕਿ ਪੁਲਿਸ ਦੀ ਜਿਹੜੀ ਡਿਊਟੀ ਆ ਲੋਕਾਂ ਨੂੰ ਕਰਨੀ ਪੈਗੀ। ਇਹਦੇ ਵਿੱਚ ਇੱਕ ਨਲਾਇਕੀ ਪਿਛਲੀਆਂ ਸਰਕਾਰਾਂ ਦੀ ਮੈਂ ਜਾਣਾ ਤਾਂ ਨਹੀਂ ਚਾਹੁੰਦਾ ਸੀ ਬਾਰ-ਬਾਰ ਪਿੱਛੇ। ਮੈਂ ਹਮੇਸ਼ਾ ਪੋਜ਼ਿਟਿਵ ਤੇ ਜਿਹੜੀ ਸੁਹਿਰਦ ਗੱਲ ਕਰਨੀ ਚਾਹੁੰਦਾ ਹੁੰਦਾ। ਮੈਂ ਕਿਸੇ ਨੂੰ ਬਾਰ-ਬਾਰ ਭੰਡਣ ਵਾਲੀ ਰਾਜਨੀਤੀ ਕਦੇ ਵੀ ਨਹੀਂ ਕਰਦਾ, ਪਰ ਮੈਨੂੰ ਫਿਰ ਗਰਕਣ ਇਹੋ ਜਿਹੀ ਪੰਜਾਬ ਨੂੰ ਧੱਕਿਆ ਗਿਆ ਕਿ ਮੈਨੂੰ ਫਿਰ ਪਿੱਛੇ ਜਾਣਾ ਪੈਣਾ ਇਸ ਗੱਲ ਨੂੰ ਦੱਸਣ ਦੇ ਲਈ
ਕਿ ਪੰਜਾਬ ਦੇ ਵਿੱਚ ਅਸਲ 'ਚ ਕੰਟਰੋਲ ਕੌਣ ਕਰੂਗਾ? ਪੁਲਿਸ ਕਰੂਗੀ ਨਾ ਸਰ। ਜ਼ਿੰਮੇਵਾਰੀ ਕਿਹਦੀ ਹੈ? ਔਨ ਗਰਾਊਂਡ ਪੁਲਿਸ ਦੀ ਹੈ ਨਾ ਜੀ। ਤਾਂ ਪਿਛਲੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੀ ਨਫਰੀ ਪੰਜਾਬ ਦੇ ਵਿੱਚ ਪੁਲਿਸ ਦੀ ਹੋਣੀ ਚਾਹੀਦੀ ਸੀ, ਉਹ ਫਰਜ਼ ਕਰ ਲਓ ਜੇ ਕਿਤੇ 100 ਬੰਦਿਆਂ ਦੀ ਲੋੜ ਆ ਤਾਂ ਉੱਥੇ 50 ਹੀ ਹੈ ਨਹੀਂ ਗਏ, ਉੱਥੇ 35-40 ਹੋਈ ਨੇ। ਤਾਂ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਐਪਰੋਪ੍ਰੀਏਟਲੀ ਸਹੀ ਨੰਬਰ ਦੀਆਂ ਨਹੀਂ ਕੀਤੀਆਂ ਗਈਆਂ। ਤਾਂ ਹੁਣ ਅਸੀਂ ਪਿਛਲੇ ਸਾਲ ਵੀ ਕਾਫੀ ਭਰਤੀਆਂ ਕੀਤੀਆਂ ਸੀ। ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਪਹਿਲਾਂ ਹੁੰਦਾ ਸੀ ਪਿਛਲੀਆਂ ਸਰਕਾਰਾਂ ਵੇਲੇ ਕਿ ਕਦੇ 5 ਸਾਲ ਬਾਅਦ ਭਰਤੀ ਖੁੱਲ ਰਹੀ ਆ, ਕਦੇ 10 ਸਾਲ ਬਾਅਦ, ਕਦੇ 8 ਸਾਲ ਬਾਅਦ ਭਰਤੀ ਖੁੱਲ ਰਹੀ ਹੈ, ਉਹ ਚੀਜ਼ ਨੂੰ ਖਤਮ ਕਰਤਾ। ਇੱਕ ਪੱਕਾ ਕਰਤਾ ਵੀ ਪੰਜਾਬ ਪੁਲਿਸ ਦੇ ਵਿੱਚ ਸਤੰਬਰ ਦੇ ਮਹੀਨੇ ਹਮੇਸ਼ਾ ਭਰਤੀਆਂ ਹੋਇਆ ਕਰਨਗੀਆਂ, ਜਿਹਦੀ ਪ੍ਰਕਿਰਿਆ ਹੁਣ ਚੱਲ ਪਈ। ਪਿਛਲੇ ਸਾਲ ਵੀ ਭਰਤੀਆਂ ਕੀਤੀਆਂ। ਹੁਣੇ ਇੱਕ SHO ਜਿਹੜੇ ਰੱਖੇ ਆ ਜੀ, ਸਬ ਇੰਸਪੈਕਟਰਸ, ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਹਟੇ ਆ। ਜਿਹੜੀ ਆਮ ਨਫਰੀ ਹੈ ਜਿਹੜੀ ਸਿਪਾਹੀ ਲੈਵਲ ਦੀ, ਉਹ ਵੀ ਵੱਡੇ ਪੱਧਰ ਤੇ ਕੀਤੀ ਜਾਊਗੀ ਤਾਂ ਕਿ ਥਾਣੇ ਦੇ ਵਿੱਚ ਜਿਹੜੀ ਪੁਲਿਸ ਹੈ ਅਸਲ 'ਚ ਗਰਾਊਂਡ ਤੇ ਐਗਜ਼ੀਕਿਊਟ ਸਰਕਾਰ ਜਿੰਨੀ ਮਰਜ਼ੀ ਸਖਤੀ ਕਰੇ, ਜੇ ਐਗਜ਼ੀਕਿਊਟ ਕਰਨ ਲਈ ਬੰਦੇ ਘੱਟ ਹੈ ਤਾਂ ਉੱਥੇ ਨਾਕਾਮੀ ਹੋ ਜਾਂਦੀ ਹੈ। ਸੋ ਇਹਨੂੰ ਵੀ ਅਸੀਂ ਮੰਨਦੇ ਹਾਂ, ਪਰ ਉਹਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਦੁਆਰਾ ਨਫਰੀ ਨੂੰ ਐਪਰੋਪ੍ਰੀਏਟ ਕਰਨ ਲਈ ਜੇ 100 ਦੀ ਲੋੜ ਆ ਤਾਂ 100 ਦੇ 100 ਜਿਹੜੇ ਪੁਲਿਸ ਨੂੰ ਅਫਸਰ ਦਿੱਤੇ ਜਾਣ, ਸਿਪਾਹੀ ਦਿੱਤੇ ਜਾਣ, ਕੰਮ ਕਰਨ ਵਾਲੇ ਬੰਦੇ ਦਿੱਤੇ ਜਾਣ, ਤਾਂ ਕਿ ਪੂਰੀ ਹਿੰਮਤ ਨਾਲ, ਪੂਰੀ ਦਲੇਰੀ ਨਾਲ। ਪਰਮਜੀਤ ਜੀ ਸੌਰੀ ਤੁਸੀਂ ਜਵਾਬ ਜ਼ਰੂਰ ਦਿਓ। ਮੈਂ ਟੋਕਣਾ ਚਾਹੁੰਦਾ, ਜਿੱਦਾਂ ਵਲਟੋਹਾ ਜੀ ਨੇ ਕਿਹਾ ਕਿ ਸਰਕਾਰ ਦੀ ਭਰੋਸੇਯੋਗਤਾ ਨਹੀਂ ਰਹੀ ਕਿਉਂਕਿ ਸਰਕਾਰ 1.5 ਸਾਲ 'ਚ ਕੁਝ ਕਰ ਨਹੀਂ ਸਕੀ। ਇਹ ਸਵਾਲ ਵੀ ਵਿਰੋਧੀ ਤਰ੍ਹਾਂ ਭਰੋਸੇਯੋਗਤਾ ਦਾ ਉਠਾ ਰਹੀਆਂ। ਮੈਂ ਸਿੱਧੂ ਸਾਹਿਬ, ਵਲਟੋਹਾ ਸਾਹਿਬ ਨੇ ਸਵਾਲ ਕੀਤੇ ਹੈ, ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਗੱਲ ਦੀ ਸ਼ੁਰੂਆਤ 'ਚ ਹੀ ਕਰ ਲਿਆ ਬਈ ਸਾਨੂੰ ਪੰਜਾਬ ਦੇ ਵਿੱਚ ਨਸ਼ੇ ਦਾ ਜਨਮਦਾਤਾ ਕਿਹਾ ਜਾਂਦਾ ਹੈ। ਉਹਨਾਂ ਨੇ ਆਪ ਹੀ ਐਕਸੈਪਟ ਕੀਤਾ, ਤਾਂ ਮੈਂ ਉਸ ਗੱਲ ਤੇ ਜਾਣਾ ਨਹੀਂ ਚਾਹੁੰਦਾ। ਮੈਂ ਫੇਰ ਕਹਿੰਦਾ, ਮੈਂ ਨਕਾਰਾਤਮਕ ਰਾਜਨੀਤੀ ਦੀ ਗੱਲ ਕਦੇ ਵੀ ਨਹੀਂ ਕਰਦਾ, ਮੈਂ ਮੁਸ਼ਕਲ ਦੇ ਹੱਲ ਦੀ ਹਮੇਸ਼ਾ ਗੱਲ ਕਰਦਾ ਹੁੰਦਾ। ਤਾਂ ਜੋ ਉਹਨਾਂ ਦੀ ਸਰਕਾਰ ਵੇਲੇ ਹੋਇਆ, ਖਾਸ ਤੌਰ ਤੇ ਇਹਨਾਂ ਦੇ ਏਰੀਏ 'ਚ ਹੋਇਆ, ਇਹ ਜ਼ਿਆਦਾ ਜਾਣੂ ਨੇ, ਆਪਾਂ ਸਾਰੇ ਜਾਣੂ ਆ। ਆਪਾਂ ਉਸ ਗੱਲ ਤੇ ਦੁਆਰਾ ਉਹ ਕਹਿੰਦਾ ਵੀ ਜੇ ਭੂਤਕਾਲ ਤੇ ਡੰਡੇ ਮਾਰੀਏ ਤਾਂ ਭਵਿੱਖ ਤੁਹਾਨੂੰ ਆਪ ਖੰਡਣ ਲੱਗ ਜਾਂਦਾ ਹੈ। ਸੋ ਮੇਰੀ ਸੋਚ ਆ ਕਿ ਅੱਗੇ ਕਿੱਦਾਂ ਬਿਹਤਰ ਕਰਨਾ ਹੈ, ਉਹਦੇ ਤੇ ਕੋਸ਼ਿਸ਼ਾਂ ਕੀਤੀਆਂ ਜਾਣ। ਬਹੁਤ ਸਾਰੀਆਂ ਸਰਵੇ, ਬਹੁਤ ਸਾਰੀਆਂ ਰਿਪੋਰਟਾਂ, ਬਹੁਤ ਸਾਰੀਆਂ ਡਿਬੇਟਾਂ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਬਹਿਸਾਂ ਹੋ ਚੁੱਕੀਆਂ ਨੇ, ਹੋਈ ਜਾ ਰਹੀਆਂ ਨੇ। ਪਰ ਕੰਮ ਉਦੋਂ ਹੋਊਗਾ ਜਦੋਂ ਜ਼ਮੀਨ ਤੇ ਕੀਤਾ ਜਾਊਗਾ, ਸਰਕਾਰ ਦੀ ਵਿਲ ਪਾਵਰ ਹੋਊਗੀ, ਉਹਦੇ ਤੇ ਅਸੀਂ ਡਿਊਟੀ ਦੇਵਾਂਗੇ, ਡਟ ਕੇ ਦੇ ਰਹੇ ਹਾਂ। ਬਿਲਕੁਲ ਇਸ ਗੱਲ 'ਚ ਕਸਰ ਨਹੀਂ ਛੱਡੀ ਜਾਊਗੀ। ਤੇ 1.5 ਸਾਲ ਬੀਤ ਗਿਆ, ਮੈਂ ਪਹਿਲਾਂ ਵੀ ਕਿਹਾ ਸੀ ਕਿ ਠੀਕ ਹੈ ਸਮਾਂ ਬੀਤਿਆ, ਕੁਛ ਕਰ ਸਕਿਆ, ਬਹੁਤਾ ਕੁਛ ਕਰਨਾ ਪੈਂਡਿੰਗ ਹੈ। 5 ਸਾਲ ਲਈ ਪੰਜਾਬ ਦੇ ਲੋਕਾਂ ਨੇ ਚੁਣਿਆ, ਤਾਂ ਅਸੀਂ ਅਖੀਰਲੇ ਦਿਨ ਤੱਕ ਇਸ ਗੱਲ ਤੇ ਜ਼ੋਰ ਲਾਵਾਂਗੇ ਕਿ ਪੰਜਾਬ ਨੂੰ ਹਰ ਤਰੀਕੇ ਨਾਲ ਦੁਆਰਾ ਤੰਦਰੁਸਤ ਕੀਤਾ ਜਾਵੇ, ਤਗੜਾ ਕੀਤਾ ਜਾਵੇ। ਮੈਂ ਫਿਰ ਕਹਿਣਾ ਕਿ ਇਹਦੇ ਉੱਤੇ ਰਾਜਨੀਤੀ, ਸੌੜੀ ਰਾਜਨੀਤੀ ਕਰਨ ਦੀ ਬਜਾਏ ਆਪਾਂ ਨੂੰ ਸਕਾਰਾਤਮਕ ਤਰੀਕੇ ਨਾਲ ਚੱਲਣ ਦੀ ਲੋੜ ਹੈ। ਸਾਰੇ ਸਾਥੀਆਂ ਨੂੰ ਮੈਂ ਜੇ ਪੰਜਾਬ ਦੀ ਰੋਲ ਗੱਲ ਕਰਾਂ ਤਾਂ ਪੰਜਾਬ ਤੇ ਪਹਿਲਾਂ ਵੀ ਬਹੁਤ ਸਾਜ਼ਿਸ਼ਾਂ ਹੋਈਆਂ ਨੇ। ਪੰਜਾਬ ਨੂੰ ਹਰ ਤਰੀਕੇ ਨਾਲ ਸਾਡੇ ਪਾਣੀਆਂ ਤੇ ਹਮਲਾ ਕੀਤਾ ਗਿਆ, ਉਹਦੇ ਲਈ ਵੀ ਕੌਣ ਜ਼ਿੰਮੇਵਾਰ ਹੈ, ਮੈਂ ਕਿਹੜੀਆਂ ਧਿਰਾਂ ਜ਼ਿੰਮੇਵਾਰ ਹੈ, ਕਿਹਨਾਂ ਦੇ ਹਾਕਮ ਜ਼ਿੰਮੇਵਾਰ ਹੈ, ਮੈਂ ਉਸ ਗੱਲ ਤੇ ਨਹੀਂ ਜਾਊਂਗਾ, ਉਹ ਇੱਕ ਅਲੱਗ ਵਿਸ਼ਾ ਹੈ। ਇੱਕ ਐਗਜ਼ਾਮਪਲ ਦੇ ਦੇਣਾ ਛੋਟੀ ਜਿਹੀ। ਚਲੋ ਆਪਾਂ ਪਾਣੀ ਵਾਲੇ ਮੁੱਦੇ ਨੂੰ ਨਾ ਛੇੜੀਏ। ਸਿੱਧੂ ਸਾਹਿਬ ਬਹੁਤ ਛੋਟੀ ਜਿਹੀ ਗੱਲ ਹੈ, ਸਿੱਧੂ ਸਾਹਿਬ ਬਹੁਤ ਛੋਟੀ ਜਿਹੀ ਗੱਲ ਹੈ, ਬਿਲਕੁਲ ਛੋਟੇ ਜਿਹੇ ਤਰੀਕੇ ਨਾਲ ਨਿਬੇੜ ਦੂੰਗਾ ਜੀ। ਅਕਾਲੀ ਦਲ ਦੀ ਭਾਈਵਾਲ ਪਿਛਲੇ ਸਾਲ ਤੱਕ, ਪਿਛਲੇ 2 ਸਾਲ ਪਹਿਲਾਂ ਭਾਜਪਾ ਸੀ, ਉਹ ਪੰਜਾਬ ਦੇ ਵਿੱਚ ਪ੍ਰਪੋਜ਼ ਕਰ ਰਹੇ ਕਿ ਜੀ ਟੈਕਸਟਾਈਲ ਇੰਡਸਟਰੀ ਲਾ ਲਓ, ਜਿਹੜੀ ਕਿ ਸਿੱਧਾ ਸਾਡੇ ਪਾਣੀ ਤੇ ਹਮਲਾ ਹੈ। ਮਿਲੀਅਨਸ ਆਫ ਜਿਹੜਾ ਲੀਟਰਸ ਹੈ ਉਹ ਟੈਕਸਟਾਈਲ ਇੰਡਸਟਰੀ ਲਈ ਯੂਜ਼ ਹੋਊਗਾ, ਤੇ ਮਿਲੀਅਨਸ ਆਫ ਲੀਟਰਸ ਦੀ ਉਹਦੀ ਪਾਣੀ ਦੀ ਵੇਸਟ ਨਿਕਲਦੀ ਹੈ ਜਿਹੜੀ ਪੰਜਾਬ 'ਚ ਡਿੱਗੂਗੀ। ਅਸੀਂ ਚਾਹੁੰਦੇ ਹੀ ਨਹੀਂ, ਉਹ ਕਹਿੰਦੇ ਅਸੀਂ ਜੀ ਪੰਜਾਬ ਨੂੰ ਟੈਕਸਟਾਈਲ ਦੇਣਾ ਚਾਹੁੰਦੇ ਹਾਂ, ਅਸੀਂ ਟੈਕਸਟਾਈਲ ਲੈਣਾ ਚਾਹੁੰਦੇ ਹੀ ਨਹੀਂ। ਪੰਜਾਬ ਦੇ ਪਾਣੀਆਂ ਤੇ ਹਮਲਾ ਹੈ। ਸੋ ਇਹ ਜਿਹੀਆਂ ਨੀਤੀਆਂ ਕੇਂਦਰ ਜਿਹੜਾ ਘੜਦਾ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ ਜਾਵੇ, ਪੰਜਾਬ ਨੂੰ ਨੀਵੇਂ ਥਾਂ ਬਿਠਾਇਆ ਜਾਵੇ, ਪਰ ਪੰਜਾਬ ਸਿਰ ਚੱਕ ਕੇ ਚੱਲਣ ਦੀ ਜਿਹੜੀ ਆਦਤ ਹੈ ਪੰਜਾਬ ਦੀ, ਪੰਜਾਬ ਉਦਾਂ ਹੀ ਅਣਖ ਨਾਲ ਚੱਲੂਗਾ, ਕਦੇ ਨੀਵੇਂ ਥਾਂ ਨਹੀਂ ਬੈਠੂਗਾ। ਕੇਂਦਰ ਜਿਹੜੀਆਂ ਮਰਜ਼ੀ ਸਿਆਸਤਾਂ ਕਰ ਲੇ, ਜੋ ਕੁਝ ਵੀ ਕਰ ਲੇ, ਪੰਜਾਬ ਨਾ ਝੁਕਣ ਵਾਲਾ ਨਾ ਰੁਕਣ ਵਾਲਾ। ਪੰਜਾਬ ਦੀ ਆਵਾਜ਼ ਐਵੇਂ ਹੀ ਬੁਲੰਦ ਰਹੂਗੀ। ਤੇ ਸਾਡੀ ਕੋਸ਼ਿਸ਼ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਕਿ ਪੂਰੀ ਮਿਹਨਤ ਨਾਲ, ਲਗਨ ਨਾਲ ਪੰਜਾਬ ਦਾ ਜਿਹੜਾ ਨੌਜਵਾਨੀ ਹੈ ਤੇ ਪੰਜਾਬ ਦਾ ਜਿਹੜਾ ਆਮ ਲੋਕ, ਆਮ ਜਨ ਨੇ, ਉਹ ਮਾਣ ਨਾ ਕਹਿ ਸਕਣ ਅਸੀਂ ਪੰਜਾਬੀਆਂ। ਸਾਡੀ ਥੈਂਕ ਯੂ ਵੈਰੀ ਮਚ ਤੁਹਾਡਾ ਵਿਊ ਪੁਆਇੰਟ ਆ ਗਿਆ। ਖੜਿਆਲ ਸਾਹਿਬ ਜਿਸ ਮਾਮਲੇ ਤੇ ਪਰਮਵੀਰ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦਾ ਉਹਨਾਂ ਨੇ ਕਈ ਵਾਰੀ ਜ਼ਿਕਰ ਕੀਤਾ ਹੈ,
ਕੋਈ ਉਹਨਾਂ ਦੀਆਂ ਨਲਾਇਕੀਆਂ ਕਰਕੇ ਨਸ਼ੇ ਦੀ ਗੱਲ ਹੋਈ ਹੈ, ਪਰ ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਕਮਿਟਡ ਹੈ, ਪ੍ਰਤੀਬੱਧ ਹੈ। ਅਸੀਂ ਆਪਣੇ ਆਖਰੀ ਇਸ ਸਰਕਾਰ ਦੇ ਦਿਨ ਤੱਕ ਵੀ ਇਸ ਦੇ ਖਿਲਾਫ ਲੜਾਈ ਲੜਾਂਗੇ ਨਸ਼ੇ ਪੰਜਾਬ 'ਚੋਂ ਖਤਮ ਕਰਨ ਲਈ। ਇਹ ਪ੍ਰਤੀਬੱਧਤਾ ਦਾ ਦਾਅਵਾ ਕੀਤਾ ਜਾ ਰਿਹਾ ਸਰਕਾਰ ਵੱਲੋਂ। ਖਡਿਆਲ ਸਾਹਿਬ, ਖਡਿਆਲ ਜੀ ਆਵਾਜ਼ ਨਹੀਂ ਆ ਰਹੀ। ਸਿੱਧੂ ਸਾਹਿਬ ਆਵਾਜ਼ ਆ ਰਹੀ ਹੈ ਜੀ? ਜੀ ਹੁਣ ਆ ਰਹੀ ਹੈ ਜੀ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾ ਇੱਕ ਆਦਤ ਬਣ ਚੁੱਕੀ ਹੈ ਕਿ ਇਹ ਅਟੈਂਸ਼ਨ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਜੱਗ ਜ਼ਾਹਿਰ ਹੋ ਜਾਂਦਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛੂੰਗਾ ਕਿ ਤੁਹਾਡੇ ਫੇਲਿਅਰ ਕਰਕੇ ਪੰਜਾਬ ਦਾ ਸਾਰਾ ਯੂਥ ਜਿਹੜਾ ਹੈ ਉਹ ਅਬਰੋਡ ਜਾ ਰਿਹਾ, ਕੈਨੇਡਾ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ, ਕੋਈ ਯੂਕੇ ਜਾ ਰਿਹਾ ਹੈ, ਕਿਉਂਕਿ ਤੁਹਾਡੀ ਸਰਕਾਰ ਨਸ਼ੇ ਦੇ ਮੁੱਦੇ ਦੇ ਮਤਲਬ ਕੁਝ ਕਰ ਨਹੀਂ ਪਾ ਰਹੀ ਹੈ। ਸਿੱਧੂ ਸਾਹਿਬ, ਮੈਂ ਬੜੇ ਅਹਿਮ ਸਵਾਲ ਪੁੱਛੇ ਸੀ, ਸਵਾਲਾਂ ਦੇ ਜਵਾਬ ਨਹੀਂ ਮਿਲੇ। ਮੇਰਾ ਪਹਿਲਾ ਸਵਾਲ ਸੀਗਾ ਵੀ ਜਿਹੜੀਆਂ ਰਿਪੋਰਟਾਂ ਖੁੱਲੀਆਂ 3 ਸੀਲਡ ਰਿਪੋਰਟਾਂ, ਕਿੰਨਿਆਂ ਬੰਦਿਆਂ ਦੇ ਖਿਲਾਫ ਐਕਸ਼ਨ ਹੋ ਗਿਆ ਤੇ ਕਿਹੜੇ ਬੰਦਿਆਂ ਦੇ ਖਿਲਾਫ ਐਕਸ਼ਨ ਨਹੀਂ ਹੋਇਆ ਤੇ ਕਿਉਂ ਨਹੀਂ ਹੋਇਆ? ਕੋਈ ਜਵਾਬ ਨਹੀਂ। ਜਵਾਬ ਤਾਂ ਨਹੀਂ ਦੇ ਸਕੇ ਕਿਉਂਕਿ ਜਵਾਬ ਹੈ ਹੀ ਨਹੀਂ, ਇਹਦਾ ਇਹਨਾਂ ਨੂੰ ਵੀ ਪਤਾ ਹੈ। ਦੂਜੀ ਗੱਲ ਸਿੱਧੂ ਸਾਹਿਬ, ਜ਼ਰੂਰੀ ਗੱਲ ਇਹ ਹੈ ਕਿ NCRB ਦੇ ਆંકੜੇ ਕਹਿੰਦੇ ਪਰਚੇ ਜ਼ਿਆਦਾ ਹੋ ਰਹੇ ਹੈ ਜੀ, ਤਾਂ NCRB ਦੇ ਵਿੱਚ ਵੀ ਰਿਪੋਰਟਾਂ ਆ ਰਹੀਆਂ। ਮਤਲਬ ਇੱਕ ਚੀਜ਼ ਤਾਂ ਇੱਥੋਂ ਪਤਾ ਲੱਗ ਗਈ ਨਾ ਕਿ ਨਸ਼ਾ ਤਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ, ਕ੍ਰਾਈਮ ਸਭ ਤੋਂ ਜ਼ਿਆਦਾ ਹੈ, ਤੇ ਦੂਜੀ ਗੱਲ ਤੁਹਾਡੇ ਐਕਸ਼ਨ ਲੈਣ ਦੇ ਬਾਵਜੂਦ ਵੀ ਨਸ਼ੇ ਦੀ ਸਥਿਤੀ ਤੇ ਕੋਈ ਇੰਪਰੂਵਮੈਂਟ ਨਹੀਂ ਹੈ। ਨਸ਼ਾ ਵੱਧਦਾ ਹੀ ਜਾ ਰਿਹਾ, ਪ੍ਰੋਬਲਮ ਵੱਧਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਬੁਲਾਰੇ ਹੈ ਇਹ ਕਹਿ ਰਹੇ ਸੀਗੇ ਕਿ ਜੀ ਦੇਖੋ ਜਿਹੜੇ ਸਟੀਅਰਿੰਗ ਵੀਲ ਤੇ ਸਰਕਾਰ ਚਲਾ ਰਹੀ ਹੈ, ਜਿਹੜੀ ਪਾਰਟੀ ਸਟੀਅਰਿੰਗ ਵੀਲ ਤੇ ਬੈਠੀ ਹੈ ਜ਼ਿੰਮੇਵਾਰੀ ਉਹਨਾਂ ਦੀ ਹੈ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਸਟੀਅਰਿੰਗ ਵੀਲ ਤੇ 1.5 ਸਾਲ ਤੋਂ ਪਿਛਲੇ। ਥੈਂਕ ਯੂ ਖਡਿਆਲ ਸਾਹਿਬ। ਤੁਹਾਡੀ ਸਰਕਾਰ ਇੱਕ ਸੈਕਿੰਡ ਸਿੱਧੂ ਸਾਹਿਬ, ਇੱਕ ਸੈਕਿੰਡ ਜੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਕਹੂੰਗਾ ਇਹ ਥੋੜੇ ਜਿਹੇ ਕੇਸ ਕਰਕੇ ਕਹਿੰਦੇ ਬਹੁਤ ਵੱਡਾ ਕਦਮ ਚੱਕ ਲਿਆ। 77000 ਕੇਸ ਰਜਿਸਟਰ ਕੀਤਾ ਸੀ ਅਸੀਂ। 77000। ਖਡਿਆਲ ਸਾਹਿਬ ਨੂੰ ਮਜਬੂਰੀ ਆਪਾਂ ਨੂੰ ਸਮੇਂ ਦੀ। ਸਿੱਧੂ ਸਾਹਿਬ ਬਸ ਮੁਕੰਮਲ ਕਰ ਰਿਹਾ। ਦੂਜਾ, ਅਸੀਂ ਅਮਰੀਕਾ ਤੋਂ, ਸਾਊਥ ਅਫਰੀਕਾ ਤੋਂ, ਆਸਟ੍ਰੇਲੀਆ ਤੋਂ ਭਗੌੜੇ ਹੋ ਗਏ ਸੀ, ਜਿਹੜੇ ਬਾਹਰ ਚਲੇ ਗਏ ਸੀ ਨਸ਼ਾ ਤਸਕਰ, ਵਾਪਸ ਫੜ ਕੇ ਲੈ ਕੇ ਆਏ ਵੱਡੀਆਂ ਮੱਛੀਆਂ। ਫਿਰ ਅਸੀਂ ਉਮਰ ਕੈਦ ਦੀ ਡਿਮਾਂਡ ਕੀਤੀ ਸਿੱਧੂ ਸਾਹਿਬ ਵੀ ਜੋ ਕੋਈ ਵੀ ਨਸ਼ਾ ਪੰਜਾਬ ਦੇ ਵਿੱਚ ਵੇਚੂਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਸਾਡੀ ਗੱਲ ਤੁਹਾਡੀ। ਤੇ ਉਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਜੀ ਨੂੰ CM ਪਦ ਤੋਂ ਉਤਾਰਿਆ। ਤੁਸੀਂ ਦੱਸੋ ਕਦੋਂ ਫਿਕਸ ਕਰੋਗੇ ਅਕਾਊਂਟੇਬਿਲਿਟੀ ਆਪਣੀ ਸਰਕਾਰ? ਓਕੇ ਥੈਂਕ ਯੂ ਵੈਰੀ ਮਚ। ਤੁਹਾਡੀ ਗੱਲ ਆ ਗਈ, ਜਵਾਬ ਲੈ ਲਓ ਸਿੱਧੂ ਸਾਹਿਬ। ਮੈਂ ਜਵਾਬ ਦੇਣਾ ਚਾਹੁੰਦਾ 30 ਸਕਿੰਟ ਚ ਗੱਲ ਦਾ ਜਵਾਬ ਦੇਣਾ ਚਾਹੁੰਦਾ ਜੀ। ਮੈਂ ਫੇਰ ਸਰ ਕਹਿੰਦਾ ਕਿ ਮੈਂ ਨਹੀਂ ਪਾਸ ਤੇ ਡੰਡੇ ਮਾਰਨਾ ਚਾਹੁੰਦਾ ਸੀ, ਹੁਣ ਖਡਿਆਲ ਸਾਹਿਬ ਹਟੇ ਨਹੀਂ। ਜਿਹੜੀ ਤਾਂ ਸਰ ਗੱਲ ਹੈ ਕੋਰਟ ਦੀ, ਉਹ ਕੋਰਟ ਦੇਖੂਗੀ, ਕੋਈ ਗੱਲ ਨਹੀਂ। ਅਸੀਂ ਆਪਣੇ ਤਰੀਕੇ ਲੱਗੇ ਹੋਏ ਆ। ਅਸੀਂ ਬਿਲਕੁਲ ਤੁਹਾਡੇ ਵਾਂਗੂ ਜਿਹਨੂੰ ਕਹਿੰਦੇ ਆ ਵੀ ਧੁੰਦ ਇਹੋ ਜਿਹੀ ਨਹੀਂ ਫੈਲਾਉਣਾ ਚਾਹੁੰਦਾ ਕਿ ਲੋਕਾਂ ਨੂੰ ਕੁਝ ਦਿਖੇ ਹੀ ਨਾ। ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਬੜੀ ਹੰਬਲੀ, ਜੇ ਤੁਸੀਂ 77000 ਕੇਸ ਦਰਜ ਕੀਤਾ ਸੀ, ਜਿਹੜਾ ਤੁਸੀਂ ਕਹਿ ਰਹੇ ਹੋ, ਉਹਦਾ ਰਿਜ਼ਲਟ ਕੀ ਹੈ? ਕੀ ਤੁਹਾਡੇ ਹੁੰਦਿਆਂ ਤੁਹਾਡੇ 5 ਸਾਲ ਕਾਰ ਚ ਨਸ਼ਾ ਫਿਰ ਮੁੱਕ ਗਿਆ ਸੀ? ਇੱਕ ਐਸੀ ਸਰਕਾਰ ਸੀ, ਪਰਮਜੀਤ ਤੁਹਾਡੀ ਗੱਲ ਆ ਗਈ। 77000 ਕੇਸ ਦਰਜ ਕੀਤਾ ਹੋਵੇ ਤੇ ਨਸ਼ਾ ਨਾ ਮੁੱਕਿਆ ਹੋਵੇ। ਦੂਜੀ ਗੱਲ, ਅਸੀਂ ਆਪਣੇ CM ਤੇ ਅਕਾਊਂਟੇਬਿਲਿਟੀ ਫਿਕਸ ਸਾਹਿਬ ਇੱਕ 10 ਸਕਿੰਟ ਸਾਹਿਬ, ਅਸੀਂ ਆਪਣੇ CM ਤੇ ਅਕਾਊਂਟੇਬਿਲਿਟੀ ਫਿਕਸ ਕੀਤੀ ਤੇ ਉਹਨਾਂ ਨੂੰ ਹਟਾਤਾ। ਸਰ ਤੁਸੀਂ ਉਦੋਂ ਹਟਾਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ 3 ਮਹੀਨੇ ਸਰਕਾਰ ਚ ਚੋਣਾਂ ਨੂੰ ਰਹਿ ਗਏ, ਤੇ ਹੁਣ ਇਹਨਾਂ ਨੂੰ ਨਾ ਹਟਾਇਆ ਤਾਂ ਸਾਡੀ ਸਰਕਾਰ ਨਹੀਂ ਦੁਬਾਰਾ ਆਣੀ। ਤਾਂ ਜੇ ਕੀ ਪੌਣੇ 5 ਸਾਲ ਤੁਹਾਡੀ ਕੇਂਦਰ ਦੀ ਲੀਡਰਸ਼ਿਪ ਸੁੱਤੀ ਪਈ ਸੀ ਕਿ ਪੰਜਾਬ 'ਚ ਕੀ ਹੋ ਰਿਹਾ? ਓਕੇ ਥੈਂਕ ਯੂ ਪਰਮਜੀਤ ਜੀ। ਹੁਣ ਦੇਖੋ ਤੁਹਾਡਾ ਵਿਊ ਪੁਆਇੰਟ ਆ ਗਿਆ, ਫਿਰ ਗੱਲ ਨਹੀਂ ਹੋ ਪਾਏਗੀ। ਥੈਂਕ ਯੂ ਵੈਰੀ ਮਚ। ਕੇਂਦਰ ਦੀ ਲੀਡਰਸ਼ਿਪ ਜੀ, ਕੇਂਦਰ ਦੀ ਲੀਡਰਸ਼ਿਪ ਕਿਹੜੀ ਕਹਿ ਰਹੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ। ਆਈ ਐਮ ਟਾਕਿੰਗ ਅਬਾਊਟ ਯਰ ਹਾਈ ਕਮਾਂਡ ਸਰ, ਆਈ ਐਮ ਟਾਕਿੰਗ ਅਬਾਊਟ ਯਰ ਹਾਈ ਕਮਾਂਡ। ਹਾਂਜੀ ਹਾਂਜੀ, ਉਹਨੂੰ ਸੈਂਟਰਲ ਲੀਡਰਸ਼ਿਪ ਨਹੀਂ ਕਹਿੰਦੇ ਬ੍ਰਦਰ। ਪੰਜਾਬ ਦੋ ਲਾਈਨਾਂ ਦਾ ਮੇਰੀ ਮਜਬੂਰੀ ਹੈ, ਸਮਝ ਮੈਂ ਜ਼ਰੂਰ ਕਮੈਂਟ ਤੁਹਾਡੇ ਤੋਂ ਚਾਹੁੰਦਾ। ਹਾਂਜੀ ਹਾਂਜੀ ਬੈਠੋ। ਆਪ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੀ ਵਜ੍ਹਾ ਕਰਕੇ ਤੁਸੀਂ ਕਹਿੰਦੇ ਕੋਈ ਰਾਜਨੀਤੀ ਨਾ ਕਰੋ, ਕਹਿੰਦੇ ਰਾਜਨੀਤੀ ਵਿਰੋਧੀ ਤਰ੍ਹਾਂ ਕਰ ਰਹੀਆਂ। ਆਪਾਂ ਸਾਰੇ ਜਾਣਦੇ ਹਾਂ ਅਕਾਲੀ ਦਲ ਤੇ ਜੋ ਉਹਨਾਂ ਦਾ ਦੋਸ਼ ਐਲੀਗੇਸ਼ਨ ਉਹ ਲਗਾ ਰਿਹਾ। ਸੰਖੇਪ ਚ 2 ਲਾਈਨਾਂ ਦਾ ਕਮੈਂਟ, ਆਪਾਂ ਵੱਧ ਵੀ ਗੱਲ ਕਰ ਸਕਦੇ ਹਾਂ ਪਰ ਮਜਬੂਰੀ ਹੈ ਸਮੇਂ ਦੀ। ਬਲਟੋਹਾ ਜੀ ਦੇਖੋ, ਮੇਰੀ ਬੇਨਤੀ ਹੈ ਨਹੀਂ ਕਿ ਘੱਟੋ ਘੱਟ ਅੱਜ ਦੇ ਸੱਚ ਨੂੰ ਸਵੀਕਾਰ ਕਰ ਲਓ। ਹੁਣ ਇੱਥੇ ਗੱਲ ਕੀ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਇੰਨੀ ਰਿਕਵਰੀ ਕਰ ਲਈ, ਅਸੀਂ ਇੰਨੀ ਰਿਕਵਰੀ ਕਰ ਲਈ।
ਕਦੀ ਕੰਜੰਪਸ਼ਨ ਦਾ ਵੀ ਹਿਸਾਬ ਲਾਇਆ ਕਿ ਖਪਤ ਕਿੰਨੀ ਹੈ ਕੁਆਂਟਲਾਂ 'ਚ ਦੇਖੋ 13,000 ਦੇ ਲਗਭਗ ਪਿੰਡ ਹੈ ਤੇ ਜੇ 5 ਗ੍ਰਾਮ ਵੀ ਘੱਟੋ ਘੱਟ 5 ਗ੍ਰਾਮ ਦੀ ਤੁਸੀਂ ਕੰਜੰਪਸ਼ਨ ਲਾਉਂਦੇ ਜੇ ਕਿਸੇ ਹਰੇਕ ਪਿੰਡ 'ਚ 65 ਕਿਲੋ ਬਣਦੀ। ਸ਼ਹਿਰੀ ਆਬਾਦੀ ਪਾ ਕੇ ਘੱਟੋ ਘੱਟ ਉੱਥੇ ਵੀ ਤੁਸੀਂ ਲਾ ਲਓ ਤੇ 35 ਕਿਲੋ ਉੱਥੇ ਲਾ ਲਓ 1 ਕੁਆਂਟਲ ਬਣ ਗਈ। 1 ਕੁਆਂਟਲ ਰੋਜ਼ ਕੰਜ਼ਿਊਮ ਹੁੰਦੀ ਹੈ, ਖਪਤ ਹੁੰਦੀ ਹੈ। ਇਹ ਕਹਿੰਦੇ ਕਿ ਪੁਲਿਸ ਵਾਲੇ ਭਰਤੀ ਕਰ 1 ਮਿੰਟ ਹੁਣ ਸੇ ਤੁਸੀਂ ਕਮਾਲ ਹੋ ਗਈ ਹੈ। ਇਹ ਕਹਿੰਦੇ ਅਸੀਂ ਪੁਲਿਸ ਵਾਲੇ ਭਰਤੀ ਕਰ ਰਹੇ ਹਾਂ। ਹੁਣ ਮੈਨੂੰ ਦੱਸ 1000 ਬੰਦਾ ਤੁਹਾਡਾ CM ਲਈ ਫਿਰਦਾ ਹੈ, ਸਾਰਾ ਟੱਬਰ ਲਈ ਫਿਰਦਾ ਆ। ਹਾਂਜੀ ਤੇ ਤੁਸੀਂ ਕਿ ਇੱਕ ਜ਼ਿਲ੍ਹੇ ਤੋਂ ਵੱਧ ਪੁਲਿਸ, ਇੱਕ ਜ਼ਿਲ੍ਹੇ 'ਚ ਨਹੀਂ ਪੁਲਿਸ ਹੈ ਨਹੀਂ ਜਿੰਨਾ ਕੱਲਾ ਮੁੱਖ ਮੰਤਰੀ ਲਈ ਫਿਰਦਾ ਆ ਤੇ ਗੱਲਾਂ ਤੁਸੀਂ ਕਰਦੇ ਜੇ ਲੋਕਾਂ ਨੂੰ ਬਚਾਉਣਾ ਹੈ। ਜਵਾਬ ਲੈ ਲਈਏ, ਬਿਲਕੁਲ ਮਿਹਰਬਾਨੀ ਤੁਹਾਡਾ। ਹੋਰ ਵੀ ਆਪਾਂ ਗੱਲ ਕਰ ਸਕਦੇ ਹਾਂ। ਐਮ ਸੌਰੀ ਗੱਲ ਲੰਬੀ ਹੋ ਸਕਦੀ ਹੈ, ਆਪਾਂ ਜਵਾਬ ਵੀ ਲੈਣਾ ਚਾਹਾਂਗੇ। ਸ਼ਰਮਾ ਜੀ 2 ਲਾਈਨਾਂ ਦਾ ਕਮੈਂਟ ਮੈਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਇਸ ਮਸਲੇ ਦਾ ਫਿਰ ਹੱਲ ਕੀ ਹੈ? ਲੋਕ ਤਾਂ ਉੱਠ ਰਹੇ ਹੈ, ਲੰਬੀ ਗੱਲ ਨਹੀਂ ਹੋ ਸਕਦੀ, ਫਿਰ ਆਪਾਂ ਜਵਾਬ ਜ਼ਰੂਰ ਲੰਬੀ ਨਹੀਂ ਕਰਾਂਗਾ। ਮੈਂ ਸੰਖੇਪ 'ਚ ਗੱਲ ਕਰਨਾ ਭਾਈ ਸਾਹਿਬ ਵੀ ਕੋਈ ਵੀ ਰਾਜਨੀਤਿਕ ਤਬਦੀਲੀ ਆਈ ਹੈ, ਸਮਾਜਿਕ ਤਬਦੀਲੀ ਆਈ ਹੈ, ਧਾਰਮਿਕ ਤਬਦੀਲੀ ਆਈ ਹੈ, ਆਰਥਿਕ ਤਬਦੀਲੀ ਆਈ ਹੈ ਤਾਂ ਉਹ ਲੋਕਾਂ ਨੇ ਲਿਆਂਦੀ ਹੈ ਜੀ। ਤੇ ਲੋਕ ਇਸ ਵੇਲੇ ਚੇਤਨ ਹੋ ਕੇ ਲੋਕ ਵੀ ਉੱਠ ਖੜੇ, ਸਮਾਜ ਵੀ ਉੱਠ ਖੜਿਆ। ਤੇ ਇਸ ਵੇਲੇ ਸੱਚਾਈ ਇਹ ਹੈ ਵੀ ਚਾਹੇ ਰਾਜ ਸਭਾ ਦੇ MLA ਨੇ ਚਾਹੇ ਦੂਜੀ ਪਾਰਟੀਆਂ ਦੇ MLA ਨੇ, ਜਦੋਂ ਉਹ ਪਿੰਡਾਂ 'ਚ ਜਾਂਦੇ ਨੇ ਤਾਂ ਉੱਥੇ ਪ੍ਰਸ਼ਨ ਹੈ ਉਹਨਾਂ ਸਾਹਮਣੇ ਆਉਂਦਾ ਹੁੰਦਾ ਤੇ ਬਾਈ ਬਹੁਤ ਥਾਵਾਂ ਤੇ ਸਿਆਸੀ ਬੰਦਿਆਂ ਨੇ ਬਾਈਕਾਟ ਵੀ ਸ਼ੁਰੂ ਕਰਤੇ ਤੇ ਉਹਨਾਂ ਨੂੰ ਇਹ ਪੁੱਛਦੇ ਨੇ ਵੀ ਵੋਟਾਂ ਜਿਹੜੀਆਂ ਪਾਈਆਂ ਸੀ ਤੁਹਾਨੂੰ, ਉਹ ਜਿਹੜੇ ਸਾਡੇ ਨਾਲ ਵਾਅਦੇ ਕੀਤੇ, ਜਿਹੜੇ ਸਾਡੇ ਨਾਲ ਲਾਰੇ ਦਿੱਤੇ ਤੁਹਾਨੂੰ, ਤੁਸੀਂ ਦਾਅਵੇ ਕਰ ਰਹੇ ਹੋ ਕਿੰਨੇ ਕੁ ਸਾਕਾਰ ਹੋਏ ਨੇ? ਥੈਂਕ ਯੂ ਸ਼ਰਮਾ ਜੀ, ਥੈਂਕ ਯੂ। ਆਪਾਂ ਜਵਾਬ ਲੈ ਲਈਏ। ਇੱਕ ਲਾਈਨ 'ਚ ਵੱਡੀ ਗੱਲ ਕਹਿ ਗਏ ਤੁਸੀਂ। ਥੈਂਕ ਯੂ ਵੈਰੀ ਮਚ। ਬਲਦੇਵ ਭਾਈ ਰੂਪਾ, ਇੱਕ ਲਾਈਨ ਦਾ ਕਮੈਂਟ ਜਿਹੜਾ। ਹਾਂਜੀ ਸਿੱਧੂ ਸਾਹਿਬ। ਬਲਦੇਵ ਜੀ, ਜਦੋਂ ਲਹਿਰ ਦੀ ਗੱਲ ਕਰਦੇ ਆ ਕਿ ਇਹ ਲਹਿਰ ਜਿਹੜੀ ਹੈਗੀ ਹੈ ਸਰਕਾਰ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮਸਲੇ ਨੂੰ ਹੱਲ ਕਰ ਸਕਦੀ ਹੈ, ਕਾਬੂ ਕਰ ਸਕਦੀ ਹੈ, ਲੱਗਦਾ ਭਵਿੱਖ ਦੇ ਵਿੱਚ ਲਹਿਰ ਵਧੇਗੀ? 2 ਲਾਈਨਾਂ ਦਾ ਕਮੈਂਟ, ਸਮੇਂ ਦੀ ਮਜਬੂਰੀ ਹੈ। ਲਹਿਰ ਵਧੇਗੀ ਜੀ, ਲਹਿਰ ਵੱਧ ਰਹੀ ਆ, ਵਧੇਗੀ ਨਹੀਂ, ਲਹਿਰ ਵੱਧ ਰਹੀ ਆ। ਲੋਕ ਅਵੇਅਰਨੈਸ ਹੋ ਰਹੇ ਨੇ, ਲੋਕ ਉੱਠ ਰਹੇ ਨੇ। ਲੋਕਾਂ ਨੇ ਕੱਲ ਲੈ ਕੇ ਆਏ ਸੀ, ਕਾਂਗਰਸ ਤੋਂ ਕੋਈ ਹੱਲ ਨਹੀਂ ਹੋਇਆ, ਹੁਣ ਆਪ ਵਾਲੇ ਲੱਗੇ ਪਿਆ। ਇਹਨਾਂ ਦਾ 5 ਸਾਲਾਂ ਬਾਅਦ ਦੇਖ ਲਾਂਗੇ ਕੀ ਹੱਲ ਕਰਦੇ ਆ। ਪਰ ਲੋਕਾਂ ਦੇ ਮਸਲੇ ਆ ਜਿਹੜੇ ਲੋਕਾਂ ਨੇ ਆਪ ਹੱਲ ਕਰਨੇ ਆ, ਜਿਵੇਂ ਦਿੱਲੀ ਅੰਦੋਲਨ ਦੇ ਆਪ ਮਸਲੇ ਜਿਹੜੇ ਹੈਗੇ ਸੀ ਹੱਲ ਕਰਕੇ। ਬਲਦੇਵ ਜੀ, ਦਿੱਲੀ ਅੰਦੋਲਨ ਦੀ ਗੱਲ ਨਹੀਂ ਕਰ ਪਾਵਾਂਗੇ, ਮਜਬੂਰੀ ਹੈ। ਪਰਮਵੀਰ, ਤੁਸੀਂ ਮਹਿਮਾਨਾਂ ਦੇ ਸਵਾਲ ਸੁਣੇ ਹੀ ਸੁਣੇ ਹੈ, ਜਵਾਬ ਜ਼ਰੂਰ ਇਸ ਮੁੱਦੇ ਤੇ ਆਪਣੇ ਆਪਣੇ ਨਜ਼ਰੀਏ ਨਾਲ ਹਰ ਇੱਕ ਨੇ ਆਪਣੇ ਸਵਾਲ ਕੀਤੇ ਹੈ। ਸੰਖੇਪ 'ਚ ਜਵਾਬ ਸਰਕਾਰ ਦੀ ਪਰਫਾਰਮੈਂਸ ਤੇ ਲੈ ਕੇ ਸਮੁੱਚੇ ਤੌਰ ਤੇ ਸਵਾਲ। ਸਿੱਧੂ ਸਾਹਿਬ, ਸਾਰੇ ਸਾਥੀਆਂ ਨੇ ਸਵਾਲ ਕੀਤਾ ਹੈ। ਮੈਂ ਬੇਨਤੀ ਇਹੀ ਕਰਨੀ ਚਾਹੁੰਦਾ, ਜੋ ਪਹਿਲਾਂ ਕਿਹਾ ਸੀ ਕਿ ਸਰਕਾਰ ਕਮਿਟਡ ਹੈ। ਕਿਸੇ ਵੀ ਤਰੀਕੇ ਨਾਲ ਕੋਈ ਨਸ਼ਾ ਤਸਕਰ, ਜਿਨ੍ਹਾਂ ਨੇ ਕੋਈ ਜਿਹੜਾ ਨਸ਼ਾ ਤਸਕਰਾਂ ਨੂੰ ਪੈਟਰਨੇਜ ਦਿੰਦਾ ਹੋਵੇ, ਸਰਪ੍ਰਸਤੀ ਦਿੰਦਾ ਹੋਵੇ, ਜਾਂ ਥੱਲੇ ਤੱਕ ਕੋਈ ਅਧਿਕਾਰੀ, ਕੋਈ ਪੁਲਿਸ ਅਧਿਕਾਰੀ ਜਾਂ ਕੋਈ ਵੀ ਇੱਥੇ ਸ਼ਾਮਲ ਹੋਵੇ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਪੰਜਾਬ ਦੀ ਨੌਜਵਾਨੀ ਨਾਲ ਕਿਸੇ ਨੂੰ ਖਿਲਵਾੜ ਕਰਨਾ ਅਲਾਉ ਨਹੀਂ ਕਰੂਗੀ ਇਹ ਸਰਕਾਰ। ਕਮਿਟਡ ਹੈ ਸਾਡੀ ਸਾਰੀ ਸਰਕਾਰ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਜੋ ਵੀ ਐਡਮਿਨਿਸਟ੍ਰੇਸ਼ਨ ਨੂੰ ਵਰਤ ਕੇ, ਜੋ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਵਰਤ ਕੇ, ਥੈਂਕ ਯੂ ਵੈਰੀ ਮਚ, ਜਿਹੜਾ ਨਸ਼ੇ ਨੂੰ ਜੜ ਤੋਂ ਪੁੱਟਣਾ ਸਾਡੀ ਬਹੁਤ ਵੱਡਾ ਏਜੰਡਾ ਤੇ ਇਹਦੇ ਉੱਤੇ ਅਸੀਂ ਲੱਗੇ ਹੋਏ ਆ ਤੇ ਵੱਡਾ ਪ੍ਰੋਗਰਾਮ ਸਰ ਐਗਜ਼ੀਕਿਊਟ ਕਰਾਂਗੇ। ਥੈਂਕ ਯੂ ਵੈਰੀ ਮਚ। ਤੇ ਥੈਂਕ ਯੂ। ਖੜਿਆਲ ਜੀ ਇਸ਼ਾਰਾ ਕਰ ਰਿਹਾ। ਖੜਿਆਲ ਜੀ, ਇੱਕ ਲਾਈਨ ਦੀ ਗੱਲ ਹੋ ਸਕਦੀ ਹੈ, ਜਵਾਬ ਨਹੀਂ ਸ਼ਾਇਦ ਆ ਪਾਏਗਾ। ਖੜਿਆਲ ਜੀ। ਸਿੱਧੂ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹ ਜਵਾਬ ਨਹੀਂ ਦਿੱਤਾ ਗਿਆ ਵੀ ਕੇਜਰੀਵਾਲ ਸਾਹਿਬ ਦੀ ਮਾਫੀ ਨਾਲ ਪੰਜਾਬ ਆਮ ਆਦਮੀ ਪਾਰਟੀ ਦਾ ਯੂਨਿਟ ਸਹਿਮਤ ਹੈ ਕਿ ਅਸਹਿਮਤ ਹੈ? ਇੰਨੀ ਗੱਲ ਆਪਾਂ ਜਵਾਬ ਲੈ ਲਈਏ, ਫਿਰ ਜਵਾਬ ਨਹੀਂ ਆਏਗਾ। ਇੱਕ ਲਾਈਨ 'ਚ ਜਵਾਬ ਦੇਵੋਗੇ? ਪਰਮਵੀਰ ਜੀ ਵੱਡਾ ਸਵਾਲ ਕਰਕੇ ਹੈ। ਸਿੱਧੂ ਸਾਹਿਬ, ਇਹ ਸਿਆਸੀ ਗੱਲਾਂ, ਸਿਆਸੀ ਠੋਲੇ ਮਾਰਨੇ, ਇਹ ਕੋਈ ਸੁਹਿਰਦ ਤਰੀਕਾ ਮੇਰੇ ਖੜਿਆਲ ਸਾਹਿਬ ਬਹੁਤ ਵੈਸੇ ਮੇਰੇ ਵਕੀਲ ਭਾਈਚਾਰੇ 'ਚੋਂ ਵੀ ਨੇ, ਪਰ ਇਹ ਜਿਹੀਆਂ ਗੱਲਾਂ ਬਾਰ-ਬਾਰ ਕਰਨੀਆਂ, ਆਪਾਂ ਉਸੇ ਗੱਲ ਤੇ ਖੜੇ ਆ। ਤੁਹਾਡੇ ਤੋਂ ਇਹ ਗੱਲ ਦਾ ਜਵਾਬ ਤਾਂ ਦਿੱਤਾ ਨਹੀਂ ਗਿਆ, ਜਿਹੜੀ ਪ੍ਰਤੱਖ ਗੱਲ ਸੀ ਕਿ ਛੋਟੀ ਕੇਂਦਰ ਦੀ ਜਿਹੜੀ ਲੀਡਰਸ਼ਿਪ ਆ ਕਿੱਥੇ ਸੁੱਤੀ ਪਈ ਸੀ ਪਾਣੇ 5 ਸਾਲ। ਆਪਾਂ ਫਿਰ ਕਿਸੇ ਵੇਲੇ ਇਹਨਾਂ ਮੁੱਦਿਆਂ ਨੂੰ ਲਵਾਂਗੇ, ਆਪਣੀ ਮਜਬੂਰੀ ਹੈ ਸਾਰਿਆਂ ਦੀ। ਅਸੀਂ ਤਾਂ ਉਸ ਗੱਲ ਤੇ ਲੜਾਈ ਲੜੀ ਤੇ ਅੱਜ ਵੀ ਲੜ ਰਹੇ ਆ। ਕੋਈ ਜਵਾਬ ਨਹੀਂ ਹੈ ਜੀ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਸਾਰੇ ਮਹਿਮਾਨਾਂ ਦਾ, ਧੰਨਵਾਦ। ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਪੰਜਾਬ ਦੇ ਲਈ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਹੈ, ਜਿਸ ਕਦਰ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ। ਮਹਿਮਾਨ ਆਪ ਮੰਨਦੇ ਹੈ ਕਿ ਵਿਦੇਸ਼ਾਂ ਨੂੰ ਜਾ ਰਹੇ ਸਾਡੇ ਨੌਜਵਾਨ, ਦੂਜੇ ਪਾਸੇ ਸਰਕਾਰ ਦਾ ਦਾਅਵਾ ਕਿ ਨਹੀਂ ਜਾਣ ਦਿਆਂਗੇ, ਇੱਥੇ ਹੀ ਰੁਜ਼ਗਾਰ ਦਿਆਂਗੇ ਤੇ ਟਿਫਨ ਦੇਵਾਂਗੇ ਉਹਨਾਂ ਦੇ ਹੱਥਾਂ 'ਚ।
ਆਉਣ ਵਾਲੇ ਸਮੇਂ 'ਚ ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਢੂੰਡਿਆ ਜਾਏਗਾ। ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਬਿਲਕੁਲ ਧੰਨਵਾਦੀ। ਇੰਜੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।